ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਮੈਡਮ ਹਰਮਨਥਿੰਦ ਜੀ ਨਾਲ ਨੇ। ਸਤਿ ਸ਼੍ਰੀ ਅਕਾਲ। ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰ ਦਈਏ। ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਤੇ ਆਥਣ ਤੱਕ ਪਿਛਲੇ ਕਈ ਦਿਨਾਂ ਤੋਂ ਗਰਮੀ ਸਿਖਰ ਦੇ ਉੱਤੇ ਆ। ਦੁਪਹਿਰ ਦੇ ਵੇਲੇ ਵੀ ਬਿਲਕੁਲ ਗਰਮੀ ਉਵੇਂ ਜਿਵੇਂ ਤੜਕੇ, ਤੇ ਬਿਲਕੁਲ ਆਥਣੇ ਵੀ ਉਵੇਂ ਜਿਵੇਂ ਦੁਪਹਿਰੇ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਵੀ ਆਉਂਦੇ 48 ਘੰਟਿਆਂ ਦੇ ਵਿੱਚ 1% ਦੀ ਆਸ ਨਹੀਂ ਕਿ ਮੀਂਹ ਕਣੀ ਆਊ ਜਾਂ ਬੱਦਲਵਾਈ ਰਹੂ। ਸੋ ਮੌਸਮ ਦੇ ਵਿੱਚ ਗਰਮੀ ਤੇ ਖੁਸ਼ਕੀ ਇਸੇ ਤਰੀਕੇ ਨਾਲ ਜਾਰੀ ਰਹਿਣੀ ਆ। ਤੇ ਹੁਣ ਆਪਾਂ ਕਰਦੇ ਹਾਂ ਹਰਮਨਥਿੰਦ ਜੀ ਦਾ ਸਵਾਗਤ। ਨਹੀਂ ਰਹਿਣ ਦੋ ਟਾਣਾ ਸਾਹਿਬ, ਕੀ ਲੋੜ ਹੈ? ਜਦੋਂ ਕੋਈ ਹੱਥ ਜੋੜ ਕੇ ਸਵਾਗਤ ਕਰੇ ਨਾ। ਜਦੋਂ ਮੈਂ ਕੀਤੇ ਸੀ ਉਦੋਂ ਤਾਂ ਫੱਟ ਮੂੰਹ ਘੁਮਾ ਕੇ ਪਹਿਲਾਂ ਕਿਹਾ ਸੀ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਕਿ ਕੀ ਹੋਇਆ, ਮੌਸਮ ਕਿਵੇਂ, ਇਹ ਹੈ ਉਹ ਹੈ, ਤੇ ਉਦੋਂ ਮੇਰੇ ਹੱਥ ਜੋੜਿਆਂ ਦੀ ਕਦਰ ਤਾਂ ਨਹੀਂ ਕੀਤੀ ਆਪ ਜੀ ਨੇ। ਠੀਕ ਹੈ ਜੀ ਜੀ ਸਤਵਚਨ। ਹਾਂਜੀ, ਇਹ ਦਰਸ਼ਕ ਨਤਾਰਾ ਕਰਨਗੇ ਵੀ ਭਾਈ ਹੱਥ ਜੋੜ ਕੇ ਜੇਕਰ ਕੋਈ ਸਵਾਗਤ ਕਰੇ, ਜੇਕਰ ਕੋਈ ਸਤਿ ਸ਼੍ਰੀ ਅਕਾਲ ਕਵੇ ਤਾਂ ਉਹਦੇ ਮੂਹਰੇ ਨਹੀਂ ਜੋੜੀਦੇ ਜਾਂ ਜੋੜੀਦੇ ਆ। ਹੋਰ ਸੁਣਾਓ, ਪਰਿਵਾਰ ਕਿਵੇਂ ਆ? ਮੈਂ ਕਿਹਾ ਹੀ ਨਹੀਂ ਵੀ ਨਹੀਂ ਜੋੜੀਦੇ। ਮੈਂ ਤਾਂ ਆਪਣਾ ਗੁੱਸਾ ਗਿਲਾ ਸਾਂਝਾ ਕੀਤਾ ਵੀ ਆਉਂਦਿਆਂ ਹੀ ਜਦੋਂ ਮੈਂ ਹੱਥ ਜੋੜੇ ਉਦੋਂ ਜਵਾਬ ਨਹੀਂ ਦਿੱਤਾ ਗਿਆ, ਤੇ ਬਾਅਦ ਵਿੱਚ ਮਤਲਬ ਏਦਾਂ ਹੱਥ ਜੋੜ ਕੇ ਸੱਚੇ ਬਣ ਰਹੇ ਨੇ ਕੁਝ ਲੋਕ। ਤੁਸੀਂ ਲੜਨ ਦੇ ਵਿੱਚ ਕਿਹੜੀ ਡਿਗਰੀ ਹਾਸਲ ਕੀਤੀ? PhD ਕੀਤੀ ਹੈ? ਹਾਂ। ਵਾਹ। ਡਾਕਟਰ ਹਰਮਨਥਿੰਦ ਜੀ, ਲੜਾਈ ਵਾਲੇ। ਹਾਂ। ਹੋਰ ਕੀ ਹਾਲ ਚਾਲ ਹੈ ਟਾਣਾ ਸਾਹਿਬ? ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ, ਪੂਰੀ ਤਰ੍ਹਾਂ ਨਾਲ। ਮੇਰਾ ਕੀ ਵਿਗੜਿਆ? ਬਿਲਕੁਲ। ਵਾਹ, ਕੀ ਬਾਤ ਹੈ। ਵਿਗੜੇ ਵੀ ਨਾ, ਅਸੀਂ ਇਹਦੀ ਆਸ ਕਰਦੇ ਹਾਂ। ਤੇ ਟਾਣਾ ਸਾਹਿਬ, ਗਰਮੀ ਵਾਕਈ ਤੁਹਾਡੇ ਕਹਿਣ ਮੁਤਾਬਕ ਬਹੁਤ ਜ਼ਿਆਦਾ ਹੋ ਗਈ ਹੈ। ਉਹ ਮੈਂ ਗੱਲ ਕਰ ਲਈ, ਤੁਸੀਂ ਅਗਲੀ ਕਰੋ ਨਾ। ਮੈਂ ਨਾ ਦੱਸਾਂ ਵੀ ਸਾਡੇ ਵਾਲੇ ਬੰਨੇ ਕਿੱਦਾਂ? ਤੁਹਾਡੇ ਵਾਲਾ ਬੰਨਾ ਕਿੰਨਾ? 2500 ਕਿਲੋਮੀਟਰ ਦੂਰ ਆ ਜੀ। ਅਸੀਂ ਨਾ ਆਪਣੇ ਪਿੰਡ ਦਾ ਹਾਲ ਚਾਲ ਦੱਸੀਏ? ਚਲੋ ਐਂ ਕਹੋ ਵੀ ਮੇਰੇ ਪਿੰਡ ਦਾ ਹਾਲ ਕੀ ਆ। ਮੌਸਮ ਦਾ ਤਾਂ ਇੱਕੋ ਜਿਹਾ ਹੀ ਆ। ਨਹੀਂ ਟਾਣਾ ਸਾਹਿਬ, ਜ਼ਰੂਰੀ ਨਹੀਂ ਕਿ ਮੌਸਮ ਦਾ ਇੱਕੋ ਜਿਹਾ ਹੀ ਹੋਵੇ। ਖੈਰ ਛੱਡੋ, ਚੱਜ ਦਾ ਵਿਚਾਰ ਸਾਂਝਾ ਕਰੋ। ਤੁਸੀਂ ਕਰੋ ਪਹਿਲਾਂ। ਅੱਜ ਤੁਹਾਨੂੰ ਨਾ ਤੁਸੀਂ ਕਰੋ। ਦੇਖੋ ਵੀ ਚੱਜ ਦਾ ਵਿਚਾਰ ਬੜਾ ਖੂਬਸੂਰਤ ਆ, ਧਿਆਨ ਨਾਲ ਸੁਣਿਓ। ਬਾਅਦ ਦੇ ਵਿੱਚ ਮੈਂ ਦੁਬਾਰਾ ਦੱਸਦਾ ਨਹੀਂ ਹੁੰਦਾ। ਗੱਲ ਰਿਸ਼ਤੇ ਤੇ ਲਗਾ ਦੀ ਹੁੰਦੀ ਆ ਜੀ। ਗੱਲ ਰਿਸ਼ਤੇ ਤੇ ਲਗਾ ਦੀ ਹੁੰਦੀ ਹੈ। ਨਹੀਂ ਤਾਂ ਮੈਸੇਜ ਤਾਂ ਫੋਨ ਦੇ ਉੱਤੇ, ਸੁਨੇਹਾ ਤਾਂ ਫੋਨ ਦੇ ਉੱਤੇ ਕੰਪਨੀ ਵਾਲੇ ਵੀ ਭੇਜ ਦਿੰਦੇ ਆ। ਵਾਹ ਵਾਹ, ਕੀ ਬਾਤ ਹੈ ਟਾਣਾ ਸਾਹਿਬ। ਕਿਉਂਕਿ ਤੜਕੇ ਉੱਠਣ ਸਾਰੀ ਉਹ ਕਹਿਣਗੇ ਆਪਕਾ ਪੈਕ ਖਤਮ ਹੋਣੇ ਵਾਲਾ ਹੈ, ਆਪ ਪੈਕ ਡਲਵਾ ਲਓ ਜੀ। ਫਿਰ ਕਦੇ ਆਉਣਗੇ ਜੀ ਕਿਸੇ ਬੈਂਕ ਦੇ ਵਿੱਚੋਂ ਸੁਨੇਹਾ ਆ ਜਾਊਗਾ, ਸਰ ਤੁਸੀਂ ਕ੍ਰੈਡਿਟ ਕਾਰਡ ਲੈਣਾ ਵੀ ਮੈਂ ਛੋਲੀਆ ਵੇਚਿਆ, ਮੇਰੇ ਕੋਲ ਇੰਨੇ ਪੈਸੇ ਕਿੱਥੇ ਆ ਗਏ, ਕ੍ਰੈਡਿਟ ਕਾਰਡ ਲੈ ਲਓ। ਬਾਅਦ ਦੇ ਵਿੱਚ ਕਹੋਗੇ ਵੀ ਕਿਸ਼ਤ ਨਹੀਂ ਵਾਪਸ ਕੀਤੀ ਤੇ ਮੈਂ ਕੀ ਕਰੂੰਗਾ? ਇਸ ਕਰਕੇ ਨਿੱਤ ਹੀ ਮੈਸੇਜ ਆਈ ਜਾਣਗੇ, ਨਿੱਤ ਹੀ ਸੁਨੇਹੇ ਆਈ ਜਾਣਗੇ, ਇਧਰੋਂ ਆਜੂ, ਇਧਰੋਂ ਆਜੂ, ਇਧਰੋਂ ਆਜੂ, ਇਧਰੋਂ ਆਜੂ। ਮੈਂ ਪਰੇਸ਼ਾਨ ਹੋਇਆ ਪਿਆ। ਅੱਛਾ, ਵੈਸੇ ਚਾਹੀਦਾ ਵਿਚਾਰ ਕੀ ਸੀ? ਇੱਕ ਵਾਰ ਦੁਬਾਰਾ ਦੱਸਿਓ। ਗੱਲ ਰਿਸ਼ਤੇ ਤੇ ਲਗਾ ਦੀ ਹੁੰਦੀ ਆ ਜੀ। ਨਹੀਂ ਤਾਂ ਮੈਸੇਜ ਸੁਨੇਹੇ ਤਾਂ ਕੰਪਨੀ ਵਾਲੇ ਵੀ ਭੇਜ ਦਿੰਦੇ ਆ। ਵਾਹ, ਕੀ ਬਾਤ ਹੈ ਟਾਣਾ ਸਾਹਿਬ, ਛਾ ਗਏ 100/100 ਨੰਬਰ ਤੁਹਾਡੇ। ਤਾਂ ਤੁਹਾਨੂੰ ਕੀ ਲੱਗਾ ਸੀਗਾ ਮੈਂ ਗਜਨੀ ਆ? ਨਹੀਂ, ਮੈਨੂੰ ਲੱਗਿਆ ਤੁਸੀਂ ਭੁੱਲ ਗਏ ਆ। ਵਾਹ। ਸਵਾਏ ਕਿਤਾਂ ਤੋਂ। ਚਲੋ ਖੈਰ, ਆਉਣ ਦਿਓ ਜੀ। ਹੁਣ ਮੈਂ ਆਪਣੇ ਆਲਾ ਚਾਹੀਦਾ ਵਿਚਾਰ ਦੱਸਾਂ। ਕਹਿੰਦੇ ਕੁਝ ਲੋਕਾਂ ਦਾ ਹਿਸਾਬ ਇਹੋ ਜਿਹਾ ਹੁੰਦਾ ਹੈ, ਕੁਝ ਕੁ ਲੋਕਾਂ ਦਾ ਹਿਸਾਬ ਇਹੋ ਜਿਹਾ ਹੁੰਦਾ ਕਿ ਜਦੋਂ ਆਪ ਕੋਈ ਫੈਸਲਾ ਲੈਣਾ ਹੋਏ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ। ਸਹੀ। ਉਹ ਉਦੋਂ ਲੱਭਦੇ ਨੇ ਵੀ ਕਿਤੋਂ ਕੋਈ ਸਲਾਹ ਦੇ ਦੇਵੇ, ਮੈਂ ਕਿਸੇ ਨੂੰ ਪੁੱਛ ਲਵਾਂ, ਜਾਂ ਪਤਾ ਨਹੀਂ ਆ ਫੈਸਲਾ ਮੈਂ ਲੈ ਨਹੀਂ ਸਕਦਾ। ਪਰ ਜਦੋਂ ਕਿਸੇ ਨੂੰ ਸਲਾਹ ਦੇਣੀ ਹੋਵੇ ਤਾਂ ਉਦੋਂ ਪਤਾ ਨਹੀਂ ਉਹਨਾਂ ਦੇ ਅੰਦਰਲੇ ਵਕੀਲ ਕਿਵੇਂ ਜਾਗ ਜਾਂਦੇ। ਬਿਲਕੁਲ, ਤੁਹਾਡੀ ਗੱਲ ਸਹੀ ਆ। ਕਈ ਬੰਦੇ ਨਾ ਫੈਸਲਾ ਲੈਣ ਦੇ ਵਿੱਚ ਇੰਨਾ ਕੁ ਰਿੱਤਦੇ ਹੁੰਦੇ ਆ, ਇੰਨੀ ਕੁ ਘੇਸਲ ਮਾਰਦੇ ਆ, ਉਹਨਾਂ ਨੂੰ ਅਸਲ ਦੇ ਵਿੱਚ ਭਰੋਸਾ ਹੀ ਨਹੀਂ ਹੁੰਦਾ ਆਪਦੇ ਆਪ ਤੇ। ਉਹਨਾਂ ਨੇ ਤੁਹਾਡੇ ਕੋਲੋਂ ਵੀ ਰਾਏ ਲੈਣੀ ਆ ਵੀ ਮੈਨੂੰ ਕੀ ਕਰਨਾ ਚਾਹੀਦਾ। ਤੁਹਾਡੇ ਕੋਲੋਂ ਗੱਲਾਂ ਸੁਣ ਕੇ ਫਿਰ ਦੂਜੇ ਸਾਥੀ ਕੋਲੋਂ ਲੈਣੀ ਰਾਏ, ਮੈਨੂੰ ਕੀ ਕਰਨਾ ਚਾਹੀਦਾ। ਫਿਰ ਕਿਸੇ ਹੋਰ ਨੂੰ ਪੁੱਛਣਗੇ ਮੈਨੂੰ ਕੀ ਕਰਨਾ ਚਾਹੀਦਾ। ਸਭ ਦੇ ਆਪੋ ਆਪਣੇ ਵਿਚਾਰ ਹੁੰਦੇ। ਕਿਸੇ ਨੇ ਕਿਹੜਾ ਹੁੰਦਾ ਵੀ ਕਰ ਲਾ, ਦੂਜੇ ਨੇ ਕਿਹੜਾ ਨਾ ਕਰੀ ਐ, ਤੀਜਾ ਕਹਿੰਦਾ ਵੀ ਦੇਖ ਲਾ ਕੀ ਪਤਾ ਸੂਤ ਆ ਵੀ ਜਾਵੇ। ਫੇਰ ਨਾ ਕਰਨਗੇ ਉਹ ਕੁਛ, ਉਹ ਫੇਰ ਨਹੀਂ ਕਰਦੇ ਕੁਛ, ਤੇ ਕਹਿਣਗੇ ਬਸ ਨਾ ਮੇਰਾ ਨਾ ਚਿੱਤ ਜਿਹਾ ਬਦਲ ਜਾਂਦਾ ਕਦੇ ਕਦੇ। ਜਦੋਂ ਤੂੰ ਇੰਨੇ ਬੰਦੇ ਬਦਲ ਕੇ ਪੁੱਛਦਾ ਤੇ ਚਿੱਤ ਤੇਰਾ ਬਦਲੂਗਾ ਹੀ। ਬਿਲਕੁਲ ਸਹੀ ਹੈ, ਪਰ ਫੈਸਲੇ ਆਪਣੇ ਦਮ ਤੇ ਲੈਣੇ ਚਾਹੀਦੇ ਨੇ। ਲੋਕ ਤਾਂ ਕੁਝ ਨਾ ਕੁਝ ਕਹਿੰਦੇ ਹੀ ਰਹਿੰਦੇ ਨੇ ਤੇ ਕਈ ਜਾਣ। ਬਿਲਕੁਲ, ਜੋ ਤੁਹਾਡੇ ਹਾਲਾਤ ਨੇ, ਜਿਸ ਦੌਰ ਚੋਂ ਤੁਸੀਂ ਨਿਕਲ ਰਹੇ ਹੋ, ਜਾਂ ਜੋ ਕੁਝ ਸੋਚ ਕੇ ਤੁਸੀਂ ਫੈਸਲਾ ਲੈਂਦੇ ਹੋ, ਇਹ ਸਿਰਫ ਤੁਸੀਂ ਜਾਣਦੇ ਹੋ। ਅਗਲਾ ਬੰਦਾ ਤੁਹਾਡੇ ਹਾਲਾਤਾਂ ਨੂੰ, ਤੁਹਾਡੀ ਥਾਂ ਨੂੰ, ਤੁਹਾਡੀ ਜਗ੍ਹਾ ਨੂੰ ਉਨੀ ਬਿਹਤਰ ਤਰੀਕੇ ਨਾਲ ਨਹੀਂ ਸਮਝ ਸਕਦਾ, ਨਹੀਂ ਜਾਣ ਸਕਦਾ। ਸੋ ਫੈਸਲੇ ਲਓ, ਸੋਚ ਸਮਝ ਕੇ ਲਓ। ਕਦੇ ਵੀ ਇੱਕਦਮ ਤੱਤੇ ਘਾਰ ਨਹੀਂ ਲੈਣੇ ਚਾਹੀਦੇ, ਠੰਡੇ ਦਿਮਾਗ ਨਾਲ ਲੈਣੇ ਚਾਹੀਦੇ ਨੇ। ਹਰਮਨ ਜੀ, ਪੰਜਾਬ ਦਾ ਕਿਸਾਨ ਅੰਦੋਲਨ ਹੈ ਜਿਹੜਾ, ਉਹ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ। ਪੰਜਾਬ ਦੇ ਮੁੱਖ ਮੰਤਰੀ ਦੇ ਨਾਲ 31 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਜੀ ਕਿ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ ਤੇ 1 ਅਕਤੂਬਰ ਤੋਂ ਇਹ ਵੀ ਐਲਾਨ ਕੀਤਾ ਵੀ ਅਣਮਿੱਥੇ ਸਮੇਂ ਦੇ ਲਈ ਅਸੀਂ ਰੇਲਾਂ ਰੋਕ ਦੇਣੀਆਂ।
ਪਰ ਇਸ ਸਭ ਕੁਝ ਦੇ ਵਿੱਚ ਆਪਾਂ ਕੱਲ ਵੀ ਗੱਲ ਕੀਤੀ ਸੀ, ਪਰਸੋਂ ਵੀ ਕੀਤੀ ਸੀ, ਵੀ ਕਿਸਾਨ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡਾ ਅੰਦੋਲਨ ਲੁੱਟਿਆ ਕਿਵੇਂ ਗਿਆ, ਸਾਡੇ ਅੰਦੋਲਨ ਦਾ ਪਾਸਾ ਕਿਵੇਂ ਪਲਟ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹੀ ਜਾਂਦੇ ਜੀ ਕਿ ਅਸੀਂ ਲਗਾਤਾਰ ਇਸ ਸੰਘਰਸ਼ ਨੂੰ ਭਖਦਾ ਰੱਖਾਂਗੇ। ਆਮ ਆਦਮੀ ਪਾਰਟੀ ਕਹਿੰਦੀ ਜੀ ਕਿ ਅਸੀਂ ਇਹ ਸੰਘਰਸ਼ ਨੂੰ ਭਖਦਾ ਰੱਖਾਂਗੇ। ਤੇ ਕਿਸਾਨ ਆ ਜਿਹੜੇ ਜਿਨ੍ਹਾਂ ਨੇ ਪਹਿਲਾਂ ਤਾਂ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਨਾਅਰੇਬਾਜ਼ੀ ਸ਼ੁਰੂ ਕੀਤੀ ਸੀ ਵੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਹੌਲੀ ਹੌਲੀ ਇਹ ਨਾਅਰੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ, ਕਾਂਗਰਸ ਪਾਰਟੀ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ ਇਸ ਰੂਪ ਦੇ ਵਿੱਚ ਵਟਾਏ ਜਾਣ ਲੱਗ ਪਏ ਆ। ਸੋ ਕਿਸਾਨਾਂ ਨੂੰ ਖੁਦ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਤੇ ਕਿਹੜੇ ਪਾਸੇ ਨੂੰ ਜਾ ਰਹੇ ਸੀ। ਟਾਣਾ ਸਾਹਿਬ, ਇੱਕ ਮੈਂ ਨਿੱਕੀ ਜਿਹੀ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦੀ ਆ। ਆਪਾਂ ਇੱਕ ਘਰੇਲੂ ਉਦਾਹਰਨ ਲੈ ਲੈਂਦੇ ਆ ਵੀ ਜਦੋਂ ਕਿਤੇ ਆਪਣੀ ਘਰ ਦੇ ਵਿੱਚ ਹੀ ਚਾਚੇ ਤਾਏ ਨਾਲ, ਮਾਸੀ ਮਾਸੜ ਨਾਲ, ਕਿਸੇ ਨਾਲ ਵੀ ਕੋਈ ਕਹਾ ਸੁਣੀ ਹੋ ਜਾਂਦੀ ਹੈ, ਆਪਾਂ ਉਹਦੇ ਨਾਲ ਰਿਸ਼ਤਾ ਨਾਤਾ ਤੋੜ ਲੈਂਦੇ ਆ, ਤੇ ਕੀ ਉਸ ਤੋਂ ਬਾਅਦ ਵੀ ਉਹ ਆਪਾਂ ਨੂੰ ਸੱਦਾ ਪੱਤਰ ਭੇਜ ਕੇ ਜਾਂ ਆਪਣੇ ਕਿਸੇ ਘਰ 'ਚ ਵਿਆਹ ਦੇ ਮੌਕੇ ਜਾਂ ਕਿਸੇ ਹੋਰ ਪ੍ਰੋਗਰਾਮ ਸਮਾਗਮ ਦੇ ਮੌਕੇ ਕੀ ਉਹ ਬੁਲਾਉਂਦੇ ਨੇ ਆਪਾਂ ਨੂੰ? ਕੋਈ ਨਹੀਂ ਬੁਲਾਉਂਦਾ। ਕਿਸੇ ਨਾਲ ਵਿਗੜੀ ਹੋਵੇ, ਆਪਾਂ ਜੇ ਕਿਸੇ ਨੂੰ ਕਹਿ ਦਈਏ ਵੀ ਸਾਡਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਤੇ ਬਾਅਦ ਦੇ ਵਿੱਚ ਉਹ ਸਾਨੂੰ ਵਿਆਹ ਦਾ ਕਾਰਡ ਥੋੜੀ ਦੇਣ ਆਉਂਦੇ ਆ। ਉਹ ਕਹਿੰਦੇ ਨਹੀਂ ਤਾਂ ਨਾ ਸਹੀ, ਤੁਹਾਡੇ ਬਿਨਾ ਸਾਡਾ ਸਰਦਾ, ਸਾਡੇ ਬਿਨਾ ਤੁਹਾਡਾ ਸਰਦਾ। ਬਿਲਕੁਲ, ਆਪਣੇ ਘਰੇ ਉਹ ਵੜਨ ਵੀ ਨਹੀਂ ਦਿੰਦੇ। ਪਰ ਸਿਆਸਤ ਦੇ ਵਿੱਚ ਇਦਾਂ ਕਿਵੇਂ ਹੋਣ ਲੱਗ ਗਿਆ ਵੀ ਇੱਕ ਬੰਨੇ ਤਾਂ ਰਿਸ਼ਤੇ ਟੁੱਟੇ ਨੇ, ਉਹਦੀਆਂ ਗੱਲਾਂ ਹੋ ਰਹੀਆਂ ਨੇ, ਪੜਾਸਾਂ ਕੱਢੀਆਂ ਜਾ ਰਹੀਆਂ ਨੇ ਇੱਕ ਦੂਜੇ ਦੇ ਖਿਲਾਫ, ਤੇ ਦੂਸਰੇ ਬੰਨੇ ਫੇਰ ਵੀ ਕਮੇਟੀਆਂ ਦੇ ਮੈਂਬਰ ਬਣਾ ਲਿਆ ਜਾਂਦਾ। ਮੈਂ ਤਾਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ। ਕਿਸਾਨ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਕੁਝ ਕੁ ਪੱਤਰਕਾਰਾਂ ਨੇ ਜਾ ਕੇ ਗੱਲਬਾਤ ਕੀਤੀ ਆ। ਉਹਨਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ MSP ਦੇ ਬਾਰੇ, ਕੀ ਕਹਿਣਾ ਚਾਹੋਗੇ ਜਿਹੜੇ ਇਹ 3 ਖੇਤੀ ਬਿੱਲ ਲਿਆਂਦੇ ਆ, ਕੀ ਕਹਿਣਾ ਚਾਹੋਗੇ ਜੋ ਆਉਂਦੇ ਸਮੇਂ ਦੇ ਵਿੱਚ ਬਿਜਲੀ ਐਕਟ 2020 ਪਾਸ ਕੀਤਾ ਜਾ ਰਿਹਾ, ਇਹਦੇ ਮੁਤਲਕ ਤੁਹਾਡੇ ਵਿਚਾਰ ਕੀ ਆ? ਉਹ ਕਹਿੰਦੇ ਜੀ ਸਾਨੂੰ ਕੁਝ ਨਹੀਂ ਪਤਾਗਾ, ਅਸੀਂ ਤਾਂ ਸਿਰਫ ਇਹ ਜਾਣਦੇ ਵੀ ਜਿਨ੍ਹਾਂ ਨੇ ਸਾਨੂੰ ਸੁਨੇਹਾ ਦਿੱਤਾ ਅਸੀਂ ਉਹਨਾਂ ਦੇ ਮਗਰ ਆ। ਉਹ ਵਿਚਾਰੇ ਜਿਹੜੇ ਕਿਸਾਨ ਆ ਉਹ ਭੋਲੇ ਆ। ਮੈਂ ਸਾਰੇ ਹੀ ਨਹੀਂ ਕਹਿੰਦਾ ਇੱਕੋ ਜਿਹੇ, ਪਰ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਹ ਵੀ ਰੂਪ ਸਾਹਮਣੇ ਆਇਆ ਜਿਹੜੇ ਕਿ ਇਸ ਵਕਤ ਚਾਹੁੰਦੇ ਆ ਕਿ ਸਾਡੇ ਖੇਤ ਬਚ ਜਾਣ, ਜਿਹੜੇ ਇਹ ਚਾਹੁੰਦੇ ਆ ਕਿ ਸਾਡੀਆਂ ਫਸਲਾਂ ਬਚ ਜਾਣ, ਜਿਹੜੇ ਇਹ ਚਾਹੁੰਦੇ ਆ ਕਿ ਸਾਡਾ ਭਵਿੱਖ ਬਚ ਜੇ, ਪਰ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਕੁਝ ਕੁ ਜਥੇਬੰਦੀਆਂ ਤੇ ਕੁਝ ਕੁ ਰਾਜਨੀਤਿਕ ਲੋਕਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ। ਸੋ ਇੱਕ ਹੋਰ ਗੱਲ ਦੱਸਦਾ, ਅਡਾਨੀ ਐਗਰੋ ਆ ਜਿਹੜੀ ਉਹ ਲੱਗੀ ਹੋਈ ਆ ਇਸ ਵਕਤ ਡਗਰੂ ਪਿੰਡ ਦੇ ਵਿੱਚ ਮੋਗੇ 'ਚ, ਉਹਦੇ ਮੂਹਰੇ ਜਾ ਕੇ ਕੁਝ ਕੁ ਸਿਆਸੀ ਪਾਰਟੀਆਂ ਦੇ ਵੱਲੋਂ ਰੌਲਾ ਪਾਇਆ ਗਿਆ। ਮੈਂ ਇਸ ਗੱਲ ਦੇ ਨਾਲ ਸਹਿਮਤ ਆ ਵੀ ਅੰਬਾਨੀਆਂ ਤੇ ਅਡਾਨੀਆਂ ਦੇ ਕਾਰੋਬਾਰ ਜਿਹੜੇ ਕਿ ਲੋਕਡਾਊਨ ਦੇ ਵਿੱਚ ਤਾਲਾਬੰਦੀ ਦੇ ਵਿੱਚ ਵੀ ਅੱਗੇ ਤੋਂ ਅੱਗੇ ਵਧੀ ਗਏ ਆ। ਮੈਂ ਜੇ ਇੱਕ ਰਿਪੋਰਟ ਪੜ੍ਹ ਕੇ ਆਇਆ, ਅੰਬਾਨੀ ਗਰੁੱਪ ਦੀ ਜਿਹੜੀ ਆ ਆਮਦਨ ਉਹ ਲੋਕਡਾਊਨ ਦੇ ਵਿੱਚ ਪ੍ਰਤੀ ਘੰਟਾ 90 ਕਰੋੜ ਰੁਪਈਆ ਬਣੀ ਆ। ਅੱਛਾ ਜੀ, 90 ਕਰੋੜ ਰੁਪਈਆ ਉਹ ਘੰਟੇ ਦਾ ਫੇਰ ਕਮਾਈ ਜਾਂਦੇ ਆ। ਤੇ ਅਸੀਂ ਸਾਰਾ ਕੁਝ ਕਰਕੇ ਵੀ ਆਪਦੇ ਖੇਤ ਗਵਾਈ ਜਾਂਦੇ ਆ। ਤੇ ਸਾਨੂੰ ਸੋਚਣਾ ਵਿਚਾਰਨਾ ਪਊਗਾ। ਹੁਣ ਕਿਸਾਨ ਜਥੇਬੰਦੀਆਂ ਇਹ ਗੱਲ ਕਹਿਣੀਆਂ ਕਿ ਅਸੀਂ ਅੰਬਾਨੀਆਂ ਅਡਾਨੀਆਂ ਦੇ ਪਲਾਂਟ ਪੰਜਾਬ 'ਚ ਲੱਗਣ ਨਹੀਂ ਦੇਣੇ, ਪਰ ਜਦੋਂ ਪੱਤਰਕਾਰ ਗਏ ਡਗਰੂ ਪਿੰਡ ਦੇ ਵਿੱਚ, ਉੱਥੇ ਕੁਝ ਕਿਸਾਨਾਂ ਨੇ ਇਹ ਵੀ ਗੱਲ ਕਹੀ ਆ ਵੀ ਅਸੀਂ ਜਿੰਨਾ ਮੰਡੀਆਂ 'ਚ ਰੁੜਦੇ ਰਹੇ ਆ ਅਸੀਂ ਇੱਥੇ ਹੀ ਠੀਕ ਆ। ਮੈਂ ਇਸ ਗੱਲ ਦੇ ਉੱਤੇ ਹੈਰਾਨ ਹੋ ਗਿਆ ਵੀ ਕਿਸਾਨ ਹੱਕ ਦੇ ਵਿੱਚ ਕਿਵੇਂ ਬੋਲੀ ਜਾਂਦੇ ਆ। ਉਹ ਕਹਿੰਦੇ ਵੀ ਮੰਡੀਆਂ ਦੇ ਵਿੱਚ ਸਾਡੀ ਕਈ ਦਿਨ ਫਸਲ ਨਹੀਂ ਚੁੱਕੀ ਜਾਂਦੀ ਸੀ, ਇੱਥੇ ਸਾਡੀ ਫਸਲ ਦੇ ਅਗਲੇ ਦਿਨ ਪੈਸੇ ਮਿਲ ਜਾਂਦੇ ਆ। ਸੋ ਗੱਲ ਇਹ ਆ ਵੀ ਸਾਨੂੰ ਵਿਚਲਾ ਨੁਕਤਾ ਸਮਝਣਾ ਪਊਗਾ, ਉਹ ਲੋਕ ਸਾਡੇ ਉੱਤੇ ਕਾਬਜ਼ ਕਿਵੇਂ ਹੋ ਗਏ ਆ ਜਾਂ ਉਹ ਕਿਵੇਂ ਕਾਬਜ਼ ਹੋ ਰਹੇ ਆ। ਉਹ 2 4 5 ਸਾਲ ਭਾਵੇਂ ਤੁਹਾਨੂੰ ਸਹੂਲਤਾਂ ਵੀ ਦੇਣ, ਪਰ ਉਸ ਤੋਂ ਬਾਅਦ ਤੁਹਾਨੂੰ ਇਹੋ ਜਿਹਾ ਰਗੜਨਗੇ ਜਿਹੜਾ ਬਾਅਦ ਦੇ ਵਿੱਚ ਆਪਾਂ ਤਾਬੇ ਨਹੀਂ ਆਉਣਾ। ਪਰ ਰਾਜਨੀਤਿਕ ਲੋਕ ਸਮਝਾਉਣ ਦੀ ਥਾਂ ਦੇ ਉੱਤੇ ਬੰਦਿਆਂ ਨੂੰ 2022 ਵਾਸਤੇ ਵਰਤਣਾ ਸ਼ੁਰੂ ਕਰ ਚੁੱਕੇ ਆ। ਬਿਲਕੁਲ ਸਹੀ। ਸੋ ਸਾਨੂੰ ਆਪ ਉਜਾਗਰੂਕ ਹੋਣਾ ਪਏਗਾ, ਸਾਨੂੰ ਕੱਲੀ ਗੱਲ ਨੂੰ ਆਪ ਸਮਝਣਾ ਪਏਗਾ ਤੇ ਉਸ ਤੋਂ ਬਾਅਦ 'ਚ ਹੀ ਮਸਲੇ ਹੱਲ ਹੋਣਗੇ। ਜੇ ਅੱਜ ਅਸੀਂ ਫਲਾਣੀ ਜਥੇਬੰਦੀ ਦੇ ਮਗਰ ਚੱਲ ਗਏ, ਅੱਜ ਫਲਾਣੀ ਪਾਰਟੀ ਦੇ ਮਗਰ ਚੱਲ ਗਏ, ਤਾਂ ਫਿਰ ਮਸਲੇ ਹੱਲ ਨਹੀਂ ਹੋਣੇ, ਉਹਨਾਂ ਨੇ ਵਰਤਣਾ ਹੀ ਹੈ ਸਾਨੂੰ। ਬੇਨਤੀ ਹੈ ਸਾਰੀਆਂ ਹੀ ਜਥੇਬੰਦੀਆਂ ਨੂੰ ਹੱਥ ਜੋੜ ਕੇ ਵੀ ਆਪਸੀ ਵੈਰ ਵਿਰੋਧ ਭੁੱਲੋ। ਪੰਜਾਬ ਦੇ ਵਿੱਚ 31 ਕਿਸਾਨ ਯੂਨੀਅਨਾਂ ਤਾਂ ਕਰਕੇ ਬਣੀਆਂ ਕਿਉਂਕਿ ਏਕੇ ਦੀ ਘਾਟ ਆ, ਨਹੀਂ ਤਾਂ 1 ਵੀ ਰਹਿ ਸਕਦੀ ਸੀ, 2 ਵੀ ਰਹਿ ਸਕਦੀਆਂ ਸੀ, 5 ਵੀ ਰਹਿ ਸਕਦੀਆਂ ਸੀ। 31 ਤਾਂ ਜਥੇਬੰਦੀਆਂ ਬਣੀਆਂ ਕਿਉਂਕਿ ਸਾਡੇ ਵੱਖੋ ਵੱਖਰੇ ਨਜ਼ਰੀਏ ਆ, ਸਾਡੇ ਵੱਖੋ ਵੱਖਰੇ ਮਸਲੇ ਹੈਗੇ ਆ, ਪਰ ਅਸੀਂ ਇਕੱਠੇ ਹੋਏ। ਕਿਸਾਨਾਂ ਨੇ, ਖੇਤ ਮਜ਼ਦੂਰਾਂ ਨੇ ਆਪਣੇ ਉੱਤੇ ਅੰਨਾ ਯਕੀਨ ਕੀਤਾ। ਹੁਣ ਫਿਰ ਰਾਜਨੀਤਿਕ ਪਾਰਟੀਆਂ ਦੀ ਬੁੱਕਲ ਦੇ ਵਿੱਚ ਨਾ ਬੈਠੋ, ਲਗਾਤਾਰ ਅੱਗੇ ਵਧੋ ਤੇ ਜਾ ਕੇ ਇਹਨਾਂ ਰਾਜਨੀਤਿਕ ਲੋਕਾਂ ਨੂੰ ਨਾਲ ਲਓ। ਕੈਪਟਨ ਸਾਹਿਬ ਨੂੰ ਵੀ ਨਾਲ ਲਓ, ਸੁਖਬੀਰ ਸਿੰਘ ਬਾਦਲ ਨੂੰ ਵੀ ਲਓ, ਕੇਜਰੀਵਾਲ ਨੂੰ ਵੀ ਲਓ, ਭਗਵੰਤ ਮਾਨ ਨੂੰ ਵੀ ਲਓ, ਸਾਰਿਆਂ ਨੂੰ ਲਓ। ਇਹਨਾਂ ਨੂੰ ਕਹੋ ਵੀ ਦਿੱਲੀ ਦੇ ਵਿੱਚ ਮਰਨ ਵਰਤ ਦੇ ਉੱਤੇ ਤੁਹਾਡੇ ਨਾਲ ਬੈਠਦੇ ਆ, ਆਓ ਆਪਾਂ ਪਾਸਾ ਪਲਟੀਏ। ਜੀ ਜੱਜ ਦਾ ਵਿਚਾਰ। ਟਾਣਾ ਸਾਹਿਬ, ਇਸ ਕਿਸਾਨੀ ਅੰਦੋਲਨ ਤੋਂ ਬਾਅਦ ਹੁਣ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉੱਠ ਰਹੀਆਂ ਨੇ। ਹੁਣ ਕਹਿੰਦੇ ਨੇ ਕਿ ਆਵਾਜ਼ ਇਹ ਵੀ ਉੱਠੀ ਹੈ ਕਿ ਜਿੰਨੇ ਵੀ ਰਿਲਾਇੰਸ ਦਾ ਜਿੰਨਾ ਵੀ ਸਮਾਨ ਹੈ ਜਾਂ ਇਹ ਜਿੰਨੇ ਵੀ ਕਾਰਪੋਰੇਟ ਘਰਾਣੇ ਨੇ ਵੱਡੇ ਵੱਡੇ, ਇਹਨਾਂ ਦੀਆਂ ਜਿੰਨੀਆਂ ਚੀਜ਼ਾਂ ਨੇ ਇਹਨਾਂ ਦਾ ਬਾਈਕਾਟ ਵੀ ਕੀਤਾ ਜਾਏ, ਜਿਹਦੇ 'ਚ ਚਾਹੇ ਮੈਂ ਰਿਲਾਇੰਸ ਪੈਟਰੋਲ ਪੰਪ ਦੀ ਗੱਲ ਕਰ ਲਾਂ, ਚਾਹੇ ਰਿਲਾਇੰਸ ਦੇ ਜਿਹੜੇ ਕੱਪੜੇ ਜਾਂ ਹੋਰ ਸਮਾਨ ਆਉਂਦਾ ਉਹਦੀ ਗੱਲ ਕਰ ਲਈਏ, ਜਾਂ ਜੀਓ ਦੇ ਜਿਹੜੇ ਸਿਮ ਆਉਂਦੇ ਨੇ ਜਿਹੜੇ ਹਰ ਕਿਸੇ ਦੀ ਜੇਬ ਦੇ ਵਿੱਚ ਨੇ ਉਹਦੀ ਗੱਲ ਕਰ ਲਈਏ, ਇਹਨਾਂ ਸਾਰਿਆਂ ਦਾ ਬਾਈਕਾਟ ਕਰਨ ਦੀ ਗੱਲ। ਮੈਂ ਨਾ ਕਦੇ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਜੇਕਰ
ਅਸੀਂ 1 ਘੰਟਾ ਕੰਮ ਨਾ ਕਰੀਏ ਜੀ ਜਾਂ ਅਸੀਂ ਕਿਸੇ ਦਾ ਕੰਮ 1 ਦਿਨ ਦੇ ਲਈ ਮੁਫਤ ਦੇ ਵਿੱਚ ਕਰ ਦਈਏ ਤਾਂ ਅਸੀਂ ਇਹ ਗੱਲ ਜ਼ਰੂਰ ਮੰਨਦੇ ਹਾਂ ਵੀ ਸਾਡਾ ਇੰਨਾ ਘਾਟਾ ਹੋ ਗਿਆ, ਅਸੀਂ ਇੰਨੇ ਪੈਸੇ ਕਮਾਉਣੇ ਸੀ ਪਰ ਅਸੀਂ ਸੇਵਾ ਭਾਵਨਾ ਦੇ ਤਹਿਤ ਹੀ ਇੰਨੇ ਪੈਸੇ ਖਰਚ ਦਿੱਤੇ ਆ, ਸਾਡੀ ਜੇਬ ਦੇ ਵਿੱਚ ਆਏ ਵੀ ਨਹੀਂ ਭਾਵੇਂ ਕਿ ਗਏ ਵੀ ਨਹੀਂ। ਪਰ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਮੁਫਤ ਦੇ ਵਿੱਚ ਜੀਓ ਦੇ ਸਿਮ ਦੇਣ ਦੇ ਬਾਵਜੂਦ ਉਹਨਾਂ ਦੀ ਆਮਦਨ ਵਧੀ ਜਾਂਦੀ ਹੈ ਤੇ BSNL ਵਾਲੇ ਜਿਹੜੇ ਉਹ ਮੁੱਲ ਦੇ ਵਿੱਚ ਸਿਮ ਦਿੰਦੇ ਉਹਨਾਂ ਦੀ ਆਮਦਨ ਘਟੀ ਜਾਂਦੀ ਆ। ਵਿੱਚੋਂ ਮਾਜਰਾ ਕੀ ਆ, ਗਿੱਦੜ ਸਿੰਘੀ ਕਿਹੜੀ ਇਹਨਾਂ ਦੇ ਕੋਲੇ? ਇਸ ਗੱਲ ਨੂੰ ਜਿੰਨਾ ਚਿਰ ਅਸੀਂ ਪਰਖਦੇ ਨਹੀਂ ਸਮਝਦੇ ਨਹੀਂ ਉਨੀ ਦੇਰ ਤੱਕ ਸਾਡਾ ਕੁਝ ਨਹੀਂ ਬਣਨਾ। ਹੁਣ ਤੁਸੀਂ ਗੱਲ ਕਹੀ ਆ ਵੀ ਇਹਨਾਂ ਦਾ ਵਿਰੋਧ ਕਰੀਏ, ਇਹਨਾਂ ਨੂੰ ਬਾਈਕਾਟ ਕਰੀਏ, ਪਰ ਕਿਤੇ ਇਹ ਬਾਈਕਾਟ ਉਵੇਂ ਹੀ ਨਾ ਹੋਵੇ ਜਿਵੇਂ ਅਸੀਂ ਚਾਈਨਾ ਡੋਰ ਦਾ ਕਰਦੇ ਰਹੇ ਆ। ਇਹ ਬਾਈਕਾਟ ਉਵੇਂ ਹੀ ਨਾ ਹੋਵੇ ਜਿਵੇਂ ਕਿ ਅਸੀਂ ਮੋਦੀ ਸਾਹਿਬ ਦੇ ਕਹੇ ਦੇ ਉੱਤੇ ਚੀਨੀ ਸਮਾਨ ਦਾ ਕਰਦੇ ਰਹੇ ਆ। ਕੱਲੀਆਂ ਐਪਸ ਬੰਦ ਕਰਨ ਦੇ ਨਾਲ ਕੁਝ ਨਹੀਂ ਵਿਗਾੜ ਸਕੇ ਸੀ ਚੀਨ ਦਾ। ਉਹ ਫਿਰ ਲਦਾਖ ਦੇ ਵਿੱਚ ਉਵੇਂ ਹੀ ਖੜੇ ਆ, ਉਹ ਉਵੇਂ ਹੀ ਕਹਿੰਦੇ ਆ ਵੀ ਅਸੀਂ ਤਾਂ ਐਂ ਕਰਾਂਗੇ, ਜ਼ਮੀਨ ਸਾਡੀ ਆ, ਅਸੀਂ ਅੱਗੇ ਆਵਾਂਗੇ, ਅਸੀਂ ਪਿੱਛੇ ਨਹੀਂ ਹਟਦੇਗੇ। ਇਹ ਨਾ ਹੋਵੇ ਵੀ ਅਸੀਂ ਕਹਿੰਦੇ ਆ ਵੀ ਰਿਲਾਇੰਸ ਦੇ ਅਸੀਂ ਪੈਟਰੋਲ ਪੰਪ ਬੰਦ ਕਰਵਾ ਦਿਆਂਗੇ, ਅਸੀਂ ਤੇਲ ਹੀ ਨਹੀਂ ਪਵਾਉਣਾ। ਸਾਡੇ ਵਿੱਚੋਂ ਕਿੰਨੇ ਕੁ ਲੋਕ ਆ ਜਿਹੜੇ ਇਸ ਗੱਲ ਦੇ ਉੱਤੇ ਦ੍ਰਿੜ ਆ ਵੀ ਜੇਕਰ ਸਾਨੂੰ ਹੁਕਮ ਹੋ ਗਿਆ ਅਸੀਂ ਨਹੀਂ ਤੇਲ ਪਵਾਉਣਾ। ਕਿੰਨੇ ਕੁ ਲੋਕ ਇਹੋ ਜਿਹੇ ਆ ਵੀ ਜੇਕਰ ਮੈਂ ਅੱਜ 10 ਜਣਿਆਂ ਨੂੰ ਕਹਾਂ ਵੀ ਜੀਓ ਦੇ ਸਿਮ ਬੰਦ ਕਰ ਦਿਓ, ਕਰਨਗੇ? ਕੋਈ ਨਹੀਂ ਕਰਦਾ। ਜੇ ਕਰਨਗੇ 2-4 ਕਰਨਗੇ। ਇਸ ਕਰਕੇ ਏਕੇ ਦਾ ਪ੍ਰਭਾਵ ਪੈਣਾ ਚਾਹੀਦਾ ਜਿਹੜਾ ਕਿ ਸਾਡਾ ਹੈ ਨਹੀਂਗਾ। ਸਭ ਤੋਂ ਵੱਡੀ ਚੀਜ਼ ਰਾਣਾ ਸਾਹਿਬ ਜਿਹੜੀ ਮੈਨੂੰ ਲੱਗਦੀ ਆ ਉਹ ਇਹ ਹੈ ਕਿ ਇਹ ਪਹਿਲੀ ਚੀਜ਼ ਤਾਂ ਹਰ ਬੰਦੇ ਨੂੰ ਸਮਝਣੀ ਪਊਗੀ, ਮੈਨੂੰ ਤੁਹਾਨੂੰ ਹਰ ਆਮ ਆਦਮੀ ਨੂੰ ਇਹ ਗੱਲ ਸਮਝਣੀ ਪਏਗੀ ਕਿ ਇਹ ਜਿਹੜਾ ਅੰਦੋਲਨ ਹੈ ਜਾਂ ਜਿਹੜਾ ਵੀ ਰੌਲਾ ਪੈ ਰਿਹਾ ਹੈ ਇਹ ਇਕੱਲਾ ਇੱਕ ਧਿਰ ਦੇ ਤੱਕ ਸੀਮਤ ਨਹੀਂ ਹੈ। ਇਹ ਹੌਲੀ ਹੌਲੀ ਸਾਡੀ ਥਾਲੀ ਤਾਈਂ, ਸਾਡੀਆਂ ਰਸੋਈਆਂ ਤਾਈਂ, ਸਾਡੇ ਘਰਾਂ ਤਾਈਂ ਵੀ ਗੱਲ ਪਹੁੰਚਣੀ ਹੈ ਤੇ ਸਾਨੂੰ ਕੱਲੇ ਨੂੰ ਇਸ ਬਾਬਤ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਅਸੀਂ ਅੱਜ ਕਿਸਾਨੀ ਅੰਦੋਲਨ ਦੀ ਗੱਲ ਤਾਂ ਕਰ ਰਹੇ ਹਾਂ ਪਰ ਬਹੁਤ ਘੱਟ ਲੋਕ ਹੋਣਗੇ, ਕਿਸਾਨਾਂ ਤੋਂ ਇਲਾਵਾ ਆਮ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਪੂਰਾ ਇਹਨਾਂ ਬਿੱਲਾਂ ਦੇ ਬਾਰੇ ਚ, ਇਸ ਕਾਨੂੰਨ ਦੇ ਬਾਰੇ ਚ ਪਤਾ ਹੋਏਗਾ, ਜਿਨ੍ਹਾਂ ਨੇ ਪੂਰਾ ਇਹ ਪੜਿਆ ਹੋਏਗਾ। ਸੋ ਅਸੀਂ ਇਹ ਨਾ ਵੇਖੀਏ ਤਮਾਸ਼ਾ ਵੀ ਉਹਨਾਂ ਤੇ ਹੀ ਪਈ ਹੈ, ਉਹ ਨਜਿੱਠੀ ਜਾਣ ਆਪੇ, ਸਾਨੂੰ ਕੀ ਲੋੜ ਹੈ। ਅਸੀਂ ਆਪ ਵੀ ਕੱਲੇ ਇਹਦੇ ਬਾਰੇ ਚ ਜਾਗਰੂਕ ਹੋਈਏ ਤੇ ਉਹਨਾਂ ਦਾ ਸਾਥ ਦਈਏ, ਕਿਉਂਕਿ ਜੇ ਮਹਿੰਗਾਈ ਵਧੇਗੀ ਉਹਦਾ ਅਸਰ ਤੁਹਾਡੇ ਤੇ ਵੀ ਉਨਾ ਹੀ ਹੋਣਾ, ਮੇਰੇ ਤੇ ਵੀ ਉਨਾ ਹੀ ਹੋਣਾ ਹੈ। ਜੇ ਕੋਈ BJP ਦਾ ਭਗਤ ਹੈ ਉਹਦੇ ਉੱਪਰ ਵੀ ਉਨਾ ਹੀ ਹੋਣਾ ਹੈ, ਆਮ ਆਦਮੀ ਪਾਰਟੀ ਦੇ ਬੰਦੇ ਤੇ ਵੀ ਉਨਾ ਹੀ ਹੋਣਾ ਹੈ, ਕਾਂਗਰਸ ਦੇ ਭਗਤ ਦੇ ਉੱਪਰ ਵੀ ਉਨਾ ਹੀ ਹੋਣਾ ਹੈ। ਸੋ ਹਰੇਕ ਦੇ ਉੱਪਰ ਬਰਾਬਰ ਦਾ ਅਸਰ ਹੋਣਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਪਰ ਜਾਣਕਾਰੀ ਦੀ ਘਾਟ ਆ, ਇਹ ਜਾਣਕਾਰੀ ਦੀ ਘਾਟ ਹੀ ਸਾਡੇ ਵਾਸਤੇ ਬਹੁਤ ਵੱਡੇ ਪਵਾੜਿਆਂ ਦੀ ਝਾੜ ਆ ਜੀ। ਜਦੋਂ ਤੱਕ ਸਾਨੂੰ ਸਮਝ ਆਉਂਦੀ ਆ ਉਦੋਂ ਤੱਕ ਮੇਲਾ ਲੁੱਟਿਆ ਜਾਂਦਾ, ਜਦੋਂ ਤੱਕ ਅਸੀਂ ਸਮਝਣਾ ਚਾਹੁੰਦੇ ਹਾਂ ਉਦੋਂ ਤੱਕ ਸਾਨੂੰ ਸਮਝਾਇਆ ਨਹੀਂ ਜਾਂਦਾ। ਹਾਲੇ ਤੱਕ ਤਾਂ ਸਾਨੂੰ ਉਹਨਾਂ ਸਕੀਮਾਂ ਦੇ ਬਾਰੇ ਜਿਹੜੀਆਂ ਕੇਂਦਰ ਦੀ ਸਰਕਾਰ ਤੇ ਸੂਬਾਈ ਸਰਕਾਰਾਂ ਸ਼ੁਰੂ ਕਰਦੀਆਂ ਉਹਦੇ ਮੁਤਲਕ ਪੂਰੀ ਜਾਣਕਾਰੀ ਨਹੀਂ ਹੁੰਦੀ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਸਹੂਲਤਾਂ ਬੜੀਆਂ ਦਿੱਤੀਆਂ, ਮੇਰੇ ਵਰਗੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਮਿਲਣਾ ਕੀ ਹੈ। ਇਸ ਕਰਕੇ ਜਾਗਰੂਕਤਾ ਦੀ ਵੀ ਘਾਟ ਹੈ ਤੇ ਦੂਜੀ ਗੱਲ ਇਹ ਆ ਕਿ ਜਿਨ੍ਹਾਂ ਨੇ ਜਾਗਰੂਕ ਕਰਨਾ ਤੇ ਉਹਨਾਂ ਦੇ ਆਪਦੇ ਸਵਾਰਥ ਆ, ਆਪਣੀ ਹਿੱਤ ਆ। ਸੋ ਇਸ ਕਰਕੇ ਪੰਜਾਬ ਦੀ ਕਿਸਾਨੀ ਦੇ ਸੰਘਰਸ਼ ਨੂੰ ਅਸੀਂ ਸਲਾਮ ਕਰਦੇ ਹਾਂ। ਜਿਹੜੀਆਂ ਵੀ ਜਥੇਬੰਦੀਆਂ ਨਾਲ ਜੁੜੀਆਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਇਹ ਸੰਘਰਸ਼ ਲੰਮਾ ਸਮਾਂ ਚੱਲਣਾ। ਇਸ ਸੰਘਰਸ਼ ਦੇ ਵਿੱਚ ਘੁਸਪੈਠੀਏ ਵੜ ਚੁੱਕੇ ਆ, ਇਹਨਾਂ ਨੂੰ ਰੋਕੋ, ਇਹਨਾਂ ਨੂੰ ਪਛਾਣ ਨੂੰ ਤੱਕੋ। ਇਹ ਗੱਲ ਉਹਨਾਂ ਨੂੰ ਮੂੰਹ ਦੇ ਉੱਤੇ ਕਹਿਣੀ ਸ਼ੁਰੂ ਕਰੋ ਬਈ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ, ਬੈਠੋ ਸਾਡੇ ਨਾਲ ਧਰਨੇ ਦੇ ਵਿੱਚ। ਚਲੋ ਆਪਾਂ ਦਿੱਲੀ ਨੂੰ ਚੱਲਦੇ, ਹੁਣ ਪੰਜਾਬ ਦੇ ਵਿੱਚ ਬਹੁਤ ਕੁਝ ਕਰ ਲਿਆ, ਹੁਣ ਅਸੀਂ ਉਸ ਟਿਕਾਣੇ ਦੇ ਉੱਤੇ ਜਾ ਕੇ ਸੱਟ ਮਾਰ ਗਏ ਜਿਹੜੀ ਥਾਂ ਦੇ ਉੱਤੇ ਮਾਰਨੀ ਚਾਹੀਦੀ, ਅਸੀਂ ਦੂਰ ਸੱਟਾਂ ਮਾਰੀ ਜਾਂਦੇ ਆ। ਤੇ ਇਹ ਗੱਲ ਕਹੋ ਜੀ ਕਿ ਇੱਥੇ ਨਾਰਾ ਆਪਦੀ ਪਾਰਟੀ ਦਾ ਨਹੀਂ ਲਾਉਣਾ, ਇੱਥੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਹਿਣੀ ਆ, ਝੰਡੀ ਆਪਦੀ ਨਹੀਂ ਲੈ ਕੇ ਆਉਣੀਗੀ, ਝੰਡੀ ਇੱਥੇ ਕਿਸਾਨ ਯੂਨੀਅਨ ਦੀ ਹੋਣੀ ਚਾਹੀਦੀ ਆ, ਫਿਰ ਤਾਂ ਅਸੀਂ ਮੰਨਾਂਗੇ। ਪਰ ਜੇਕਰ ਅਸੀਂ ਇਹ ਗੱਲ ਕਹਿ ਦਈਏ ਵੀ ਨਹੀਂ ਸਾਡੀ ਅਗਵਾਈ ਦੇ ਵਿੱਚ ਜਾਊਗਾ ਸਾਰਾ ਕੁਝ ਤੇ ਝੰਡੀ ਸਾਡੇ ਵਾਲੀ ਹੋਊਗੀ, ਫਿਰ ਕੀ ਕਰਾਉਣਾ? ਬਿਲਕੁਲ ਸਹੀ। ਹਰਮਨ ਜੀ, ਕਈ ਵਾਰ ਨਾ ਡਿਕਸ਼ਨਰੀ ਦੇ ਵਿੱਚੋਂ ਵੀ ਉਸ ਸ਼ਬਦ ਦੇ ਅਰਥ ਨਹੀਂ ਲੱਭਦੇ ਜਿਹੜੇ ਅਰਥ ਸਾਨੂੰ ਨੇਤਾ ਦੱਸ ਦਿੰਦੇ ਆ। ਮੈਂ ਅੱਜ ਹੈਰਾਨ ਹੋ ਗਿਆ, ਨਾ ਤਾਂ ਮੈਨੂੰ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਵਿੱਚੋਂ ਉਹਦਾ ਉਹ ਅਰਥ ਮਿਲਿਆ, ਨਾ ਬਾਕੀ ਅੰਗਰੇਜ਼ੀ ਦੀ ਡਿਕਸ਼ਨਰੀ ਦੇ ਵਿੱਚੋਂ ਮਿਲਿਆ ਜਿਹੜਾ ਕੁਝ ਮੈਨੂੰ ਇਸ ਵਕਤ ਸੰਜੇ ਰਾਉਤ ਦੇ ਇੱਕ ਵਕੀਲ ਨੇ ਸਮਝਾਤਾ। ਅੱਛਾ ਜੀ। ਕਿਉਂਕਿ ਆਪਾਂ ਜਾਣਦੇ ਵੀ ਕੰਗਣਾ ਰਣੌਤ ਦਾ ਤੇ ਸੰਜੇ ਰਾਉਤ ਦਾ ਪੰਗਾ ਪਿਆ ਜੀ। ਸੰਜੇ ਰਾਉਤ ਹੋਰਾਂ ਨੇ ਹਰਾਮਖੋਰ ਕਿਹਾ ਸੀਗਾ ਕੰਗਣਾ ਰਣੌਤ ਨੂੰ। ਉਸ ਤੋਂ ਬਾਅਦ ਉਹਨੇ ਇਹ ਗੱਲ ਕਹੀ ਵੀ ਇਹ ਚੰਗਾ ਸ਼ਬਦ ਵਰਤਦੇ ਤੁਸੀਂ ਔਰਤਾਂ ਦੇ ਲਈ, ਕੁੜੀਆਂ ਦੇ ਲਈ। ਆਪਾਂ ਵੀ ਇੱਥੇ ਬੈਠ ਕੇ ਗੱਲ ਕਹੀ ਸੀ ਵੀ ਔਰਤ ਦੇ ਲਈ ਜਾਂ ਕਿਸੇ ਦੇ ਲਈ ਵੀ ਇੱਕ ਜ਼ਿੰਮੇਵਾਰ ਬੰਦੇ ਨੂੰ ਇਹੋ ਜਿਹੀ ਭੱਦੀ ਸ਼ਬਦਾਵਲੀ ਵਰਤਣ ਦੀ ਆਗਿਆ ਨਹੀਂ ਆ। ਉਹਨੂੰ ਸੰਗ ਆਉਣੀ ਚਾਹੀਦੀ ਹੈ, ਸ਼ਰਮ ਆਉਣੀ ਚਾਹੀਦੀ ਆ ਵੀ ਅਸੀਂ ਟੀਵੀ ਚੈਨਲਾਂ ਤੇ ਬੈਠ ਕੇ ਹਰਾਮਖੋਰ, ਕੁੱਤੇ ਬਿੱਲੇ ਐਂ ਕਹਿਣਾ ਸ਼ੁਰੂ ਕਰ ਦਿੱਤਾ। ਥੋੜੀ ਜਿਹੀ ਅਕਲ ਕਰਨੀ ਚਾਹੀਦੀ ਹੈ। ਪਰ ਹੁਣ ਜਦੋਂ ਹਾਈ ਕੋਰਟ ਦੇ ਵਿੱਚ, ਬੰਬੇ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਉੱਠਿਆ, ਜੱਜ ਨੇ ਪੁੱਛਿਆ ਉਧਰ ਸੰਜੇ ਰਾਉਤ ਦੇ ਵਕੀਲ ਨੂੰ ਵੀ ਭਾਈ ਤੁਸੀਂ ਤਾਂ ਕਹਿੰਦੇ ਵੀ ਹਰਾਮਖੋਰ, ਉਹ ਅੱਗੋਂ ਪਤਾ ਕੀ ਕਹਿੰਦਾ? ਉਹਨਾਂ ਦੇ ਕਹਿਣ ਦਾ ਅਰਥ ਇਹ ਨਹੀਂ ਸੀਗਾ, ਹਰਾਮਖੋਰ ਦਾ ਅਰਥ ਹੁੰਦਾ ਨੌਟੀ। ਅੱਛਾ। ਹਾਂ, ਉਹ ਕਹਿੰਦੇ ਜੀ ਉਹਨਾਂ ਨੇ ਤਾਂ ਕਿਹਾ ਸੀ ਵੀ ਕੰਗਣਾ ਰਣੌਤ ਬਹੁਤ ਨੌਟੀ ਆ। ਇਹ ਨਵਾਂ ਮਹਾਨ ਕੋਸ਼ ਲਿਆ ਹੈ। ਉਹ ਕਹਿੰਦੇ ਜੀ ਇਹਦਾ ਮਤਲਬ ਇਹ ਹੈ ਵੀ ਜੇਕਰ ਹਰਾਮਖੋਰ ਦਾ ਮਤਲਬ ਨੌਟੀ ਆ ਤੇ ਫਿਰ ਨੌਟੀ ਦਾ ਮਤਲਬ ਕੀ ਹੁੰਦਾ ਇਹ ਦੱਸ ਦਿਓ। ਹੱਦ ਹੀ ਹੋ ਗਈ। ਹਾਂ,
ਮਤਲਬ ਪਹਿਲੀ ਗੱਲ ਤਾਂ ਇਹ ਟਾਣਾ ਸਾਹਿਬ ਵੀ ਜੋ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਵੀ ਨੇਤਾ ਜਿਹੜੀ ਗੱਲ ਸਮਝਾਉਂਦੇ ਨੇ ਉਹ ਮਹਾਨ ਕੋਸ਼ ਚੋਂ ਵੀ ਨਹੀਂ ਲੱਭਦੀ, ਜਿੱਥੇ ਗੱਲ ਨੇਤਾ ਦੀ ਆ ਗਈ ਨਾ ਉੱਥੇ ਵੈਸੇ ਨਹੀਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਲੱਭਦੀਆਂ ਹੁੰਦੀਆਂ। ਸੋ ਚੱਕਰ ਇਹ ਹੈ ਵੀ ਉਹ ਸ਼ੁਰੂ ਤੋਂ ਇਹ ਕਹਿਣਾ ਗਿੱਜੇ ਹੋਏ ਨੇ ਵੀ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੇਰੇ ਕਹਿਣ ਦਾ ਉਹ ਮਤਲਬ ਨਹੀਂ ਸੀ, ਜਾਂ ਸਭ ਤੋਂ ਵੱਡਾ ਜੇ ਤੀਰ ਮਾਰਨਾ ਹੋਏ ਤਾਂ ਇਹ ਹੁੰਦਾ ਮੈਂ ਆਪਣੇ ਆਪ ਨੂੰ ਇਸ ਬਿਆਨ ਤੋਂ ਅੱਡ ਕਰਦਾ, ਵੱਖ ਕਰਦਾ। ਸੋ ਉਹੀ ਕੰਮ ਉਹਨਾਂ ਨੇ ਉੱਥੇ ਵੀ ਕੀਤਾ ਅਦਾਲਤ 'ਚ ਜਾ ਕੇ। ਬਿਲਕੁਲ ਜੀ, ਨੋਟੀ ਹੁੰਦਾ ਸ਼ਰਾਰਤੀ, ਜਾਂ ਕਹਿ ਦਈਏ ਆਪਾਂ ਇਲਤੀ, ਜਾਂ ਕਹਿ ਦਈਏ ਵੀ ਇਹ ਚੁਲਬੁਲੀਆਂ ਜਿਹੀਆਂ ਗੱਲਾਂ ਕਰਦਾ, ਇਹੀ ਹੁੰਦਾ। ਨੋਟੀ ਇੱਕ ਬੱਚਾ ਵੀ ਹੋ ਸਕਦਾ ਹੈ, ਇੱਕ ਜਵਾਨ ਵੀ ਹੋ ਸਕਦਾ ਹੈ, ਇੱਕ ਬਜ਼ੁਰਗ ਵੀ ਹੋ ਸਕਦਾ ਹੈ, ਨੋਟੀ ਨੋਟੀ ਹੁੰਦਾ। ਤੇ ਹਰਾਮਖੋਰ ਹੁੰਦਾ ਕੰਜਰ, ਵੀ ਇਹਦਾ ਦੁੱਕੀ ਦਾ ਭਰੋਸਾ ਨਹੀਂ ਜੀ, ਇਹ ਚਵਲਪੁਣਾ ਕਰਦਾ, ਇਹ ਇਸ ਰੂਪ ਦੇ ਵਿੱਚ ਵਰਤਿਆ ਜਾਂਦਾ। ਮੈਨੂੰ ਚੇਤੇ ਆ ਗਿਆ ਵੀ ਪਿੱਛੇ ਜੇ ਨਾ ਕੁਝ ਕੁ ਵਰੇ ਪਹਿਲਾਂ ਦੀ ਗੱਲ ਆ, ਪੰਜਾਬ ਦੇ ਦੋ ਪਾਰਟੀਆਂ ਦੇ ਨੇਤਾਵਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ, ਸ਼ਬਦਕ ਜੰਗ ਬਹੁਤ ਸਿਖਰ ਦੇ ਉੱਤੇ ਪਹੁੰਚ ਗਈ। ਇੱਕ ਜਣੇ ਨੇ ਇਹ ਗੱਲ ਕਹਿਤੀ ਪੱਤਰਕਾਰ ਦੇ ਮੂਹਰੇ ਵੀ ਸਾਡਾ ਤਾਂ ਪਿਛਲੇ ਲੰਮੇ ਸਮੇਂ ਤੋਂ ਕਈ ਦਹਾਕਿਆਂ ਤੋਂ ਇੱਟ ਤੇ ਕੁੱਤੇ ਵਾਲਾ ਵੈਰ ਚੱਲਦਾ। ਉਹ ਦੂਜੇ ਦਿਨ ਦੂਜੇ ਨੇਤਾ ਨੂੰ ਪੁੱਛ ਲਿਆ ਪੱਤਰਕਾਰਾਂ ਨੇ ਵੀ ਉਹ ਤਾਂ ਇਉਂ ਕਹਿੰਦਾ, ਕਹਿੰਦਾ ਬਿਲਕੁਲ ਸਹੀ ਇਹ ਗੱਲ ਕਹਿੰਦਾ, ਇੱਟ ਮੈਂ ਆ ਕੁੱਤਾ ਉਹ ਆ। ਏਦਾਂ ਦੀਆਂ ਗੱਲਾਂ ਕਰਦੇ ਆ, ਹੱਦ ਹੀ ਹੋ ਗਈ। ਹਾਂ, ਪਰ ਮੈਂ ਨਾ ਹਾਲੇ ਵੀ ਉਹ ਨੋਟੀ ਵਾਲੀ ਗੱਲ 'ਚ ਫਸੀ ਹੋਈ ਆ ਟਾਣਾ ਸਾਹਿਬ। ਜੇਕਰ ਮਾਫ ਕਰਨਾ ਜੇ ਗੱਲ ਕਿਸੇ ਨੂੰ ਬੁਰੀ ਲੱਗੇ, ਪਰ ਜੇ ਹਰਾਮਖੋਰ ਦਾ ਮਤਲਬ ਨੋਟੀ ਹੁੰਦਾ ਤੇ ਜੇ ਅੱਗੇ ਉਹ ਕੰਗਣਾ ਰਣੌਤ ਜਾਂ ਉਹਨਾਂ ਦਾ ਵਕੀਲ ਇਹ ਕਹਿ ਦਿੰਦਾ ਵੀ ਮੈਂ ਤਾਂ ਨੋਟੀ ਨਹੀਂ ਆ ਤੁਸੀਂ ਹਰਾਮਖੋਰ ਹੋ, ਤਾਂ ਫਿਰ ਉਹ ਠੀਕ ਸੀ? ਫਿਰ ਉਹਨਾਂ ਨੂੰ ਪਿੱਸੂ ਪੈ ਜਾਣੇ ਸੀ। ਫਿਰ ਇਹ ਗੱਲ ਕਹਿਣੀ ਸੀ ਵੀ ਇੱਕ ਔਰਤ ਨੇ ਵਕੀਲ ਨੂੰ ਕਹਿ ਕੇ ਵਧੀਕੀ ਮੇਰੇ ਤੇ ਕਰਵਾਈ ਆ, ਮੇਰੇ ਰੁਤਬੇ ਦੇ ਉੱਤੇ ਇੱਕ ਸੱਟ ਮਾਰੀ ਆ, ਫਿਰ ਕਾਲੇ ਕੋਟ ਦਾ ਫਿਕਰ ਪੈ ਜਾਣਾ ਸੀ। ਬਿਲਕੁਲ ਸਹੀ, ਮਤਲਬ ਤੁਹਾਡੀ ਵਾਰੀ ਉਹ ਤਾਂ ਉਹੀ ਗੱਲ ਹੋਈ ਨਾ ਜਿਹੜੀ ਆਮ ਪੰਜਾਬੀ ਚ ਕਹੀ ਜਾਂਦੀ ਹੈ ਵੀ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੌਮੀ ਹੈ, ਹਨਾ, ਵੀ ਤੁਸੀਂ ਜੋ ਕਹਿ ਲਓ ਉਹ ਜੋ ਮਰਜ਼ੀ ਹੈ, ਵੀ ਅਸੀਂ ਮਾਰੀਏ ਤਾਂ ਠੋਲੇ ਤੇ ਤੁਸੀਂ ਮਾਰੋ ਤਾਂ ਪੋਲੇ, ਵੀ ਹੱਦ ਹੀ ਹੁੰਦੀ ਹੈ ਵੀ ਆਪਣੇ ਹਿਸਾਬ ਨਾਲ ਸ਼ਬਦਾਂ ਦੇ ਮਤਲਬ ਜਿਵੇਂ ਮਰਜ਼ੀ ਘੜ ਲਏ ਜਾਣ। ਦੂਜਾ ਕੋਈ ਕਹੇ ਤਾਂ ਇਹ ਤਾਂ ਮਾਣਹਾਨੀ ਵੀ ਹੈ, ਇਹ ਸਾਡੇ ਮਨ ਨੂੰ ਸੱਟ ਵੀ ਹੈ, ਇਹ ਸਾਡੇ ਜਿਹੜੇ ਕੱਪੜੇ ਪਾਏ ਨੇ ਉਹਨਾਂ ਦੀ ਵੀ ਮਾਣ ਦੇ ਵਿੱਚ ਇਹ ਹਾਨੀ ਹੁੰਦੀ ਹੈ। ਸੋ ਪਤਾ ਨਹੀਂ ਕਦੋਂ ਸੁਧਰਨਗੇ ਲੋਕ। ਵੈਸੇ ਮੈਂ ਭਾਰਤ ਦੇ ਮੀਡੀਏ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵੀ 90% ਤੋਂ ਵੱਧ ਮੀਡੀਆ ਜਿਹੜਾ ਉਹ ਕਿਹੜੇ ਕੰਮ ਦੇ ਵਿੱਚ ਲੱਗਾ ਹੋਇਆ। ਲੈ ਦੇ ਕੇ NDTV ਤੇ ਇੱਕ ਦੋ ਹੋਰ ਅਦਾਰੇ ਹੋਣਗੇ ਜਿਹੜੇ ਕਿ ਇਸ ਵਕਤ ਕਿਸਾਨਾਂ ਦਾ ਮੁੱਦਾ ਵੀ ਚੁੱਕਦੇ ਆ। ਸਭ ਨੂੰ ਇੱਕੋ ਗੱਲ ਦਾ ਫਿਕਰ ਆ, ਨਾਲ ਵਿਖਾ ਵਿਖਾ ਕੇ ਫੋਟੋਆਂ ਕੰਗਣਾ ਰਣੌਤ ਦੀਆਂ ਕੁੱਡਲਾਂ ਜਿਹੀਆਂ ਵਾਲੀਆਂ ਤੇ ਕਹਿਣਗੇ ਜੀ ਇਸਕੋ ਲੜਕੀ ਕੋ ਕਿਆ ਹੁਆ। कोई थले लिखी जाता अब कंगना का क्या बनेगा, अब तो इसको बॉलीवुड में कोई फिल्म नहीं मिलेगी, भी तुसी डोके लेने नहीं मिलती नहीं मिलती, मिलती है तो मिलती रहे। जे थोनू ये लगता भी भाई उन्होंने फिल्म नहीं मिलती आप बना दो काम दे दिओ। नहीं नहीं ये तो फिर भी थोड़ा जिहा सभ्यक दस रहे हो तुसी। हद तो उदों हुंदी है जदों साडा जिहड़ा नैशनल मीडिया है राष्ट्रीय मीडिया वो ये कहता है कि रिया चक्रवर्ती ने सोच के रात गुजारी, ਉਹਨੇ ਤਾਂ ਬਿਨਾ ਮੰਜੇ ਤੋਂ ਥੱਲੇ ਬਹਿ ਕੇ ਰਾਤ ਗੁਜ਼ਾਰੀ, ਰੋਟੀ ਦੇ ਵਿੱਚ ਕੱਲੀ ਦਾਲ ਮਿਲੀ ਸੀ ਇਸ ਲਈ ਉਹਨੇ ਖਾਧੀ ਨਹੀਂ, ਸਵੇਰੇ 5 ਵਜੇ ਉੱਠ ਕੇ ਮੈਡੀਟੇਸ਼ਨ ਕੀਤੀ। ਜਦੋਂ ਇਹ ਖਬਰਾਂ ਆਉਣਗੀਆਂ ਇੱਕ ਰਾਸ਼ਟਰੀ ਮੀਡੀਆ ਦੇ ਉੱਪਰ ਤੇ ਫਿਰ ਕਿਸਾਨੀ ਮੁੱਦਾ ਤਾਂ ਬਹੁਤ ਦੂਰ ਦੀ ਗੱਲ ਹੈ। ਸ਼ਰਮ ਹੈ ਇਹਨਾਂ ਲੋਕਾਂ ਦੇ ਉੱਤੇ ਵੀ ਇਹ ਕਿਵੇਂ ਆਪਣੀਆਂ ਜ਼ਮੀਰਾਂ ਨੂੰ ਵੇਚ ਚੁੱਕੇ ਆ। ਮਾੜਾ ਮੋਟਾ ਜਿਉਂਦੇ ਜਾਗਦੇ ਮਨੁੱਖ ਹੋਣ ਦਾ ਸਬੂਤ ਵੀ ਦੇਣਾ ਚਾਹੀਦਾ। ਜੱਜ ਦਾ ਵਿਚਾਰ। ਸ਼ੁਕਰ ਹੈ ਮੈਂ ਅੱਜ ਇਸੇ ਕਰਕੇ ਜੋੜੇ ਸੀ ਵੀ ਸ਼ਾਇਦ ਤੁਹਾਨੂੰ ਦੇਖ ਕੇ ਨਕਲ ਕਰਨੀ ਆ ਜੇ। ਕਹਿੰਦੇ ਹੁੰਦੇ ਵੀ ਨਿਆਣਾ ਨਕਲ ਕਰਦਾ ਵੱਡਿਆਂ ਨੂੰ ਵੇਖ ਕੇ, ਮੈਂ ਕਿਹਾ ਅੱਜ ਮੈਂ ਪਰਖ ਕੇ ਦੇਖ ਲਾਂ। ਕੀਤੀ ਟਾਣਾ ਸਾਹਿਬ ਮੈਨੂੰ ਨਾ ਸੱਚੀ ਇੱਕ ਗੱਲ ਦੱਸਦੀ ਆ ਤੁਹਾਨੂੰ ਦਿਲ ਦੀ। ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਜਾਂ ਜਦੋਂ ਵਕਫੇ ਤੋਂ ਬਾਅਦ ਸਵਾਗਤ ਹੁੰਦਾ ਮੈਨੂੰ ਚਿੰਤਾ ਹੀ ਪੈ ਜਾਂਦੀ ਵੀ ਹੁਣ ਮੈਂ ਹੱਥ ਕਿਵੇਂ ਜੋੜਨੇ। ਅੱਛਾ ਹਾਂ ਵੀ ਮੇਰੇ ਹੱਥ ਜਾ ਬੜੇ ਮੈਂ ਕਿਵੇਂ ਮਤਲਬ ਫਟਾਫਟ ਹੱਥ ਐ ਕਰਨੇ। ਕੋਈ ਨਹੀਂ ਐਵੇਂ ਠੀਕ ਆ, ਸਭ ਨੂੰ ਪਤਾ ਵੀ ਹੁਣ ਵਰਕਾ ਖਾ ਜਗੇ, ਇਹ ਪਰਚੀ ਹੈ 10ਵੀਂ ਦੇ ਪੇਪਰ 'ਚ ਖਾ ਜਗੇ। ਚਲੋ ਕੋਈ ਗੱਲ ਨਹੀਂ। ਮੈਨੂੰ ਚੇਤੇ ਆ ਗਿਆ 12ਵੀਂ ਕਲਾਸ ਦੇ ਪੇਪਰ ਜੀ ਤੇ ਮੈਂ ਵੀ ਕਤਾਰ ਦੇ ਵਿੱਚ ਬੈਠਾ ਜੀ ਤੇ ਮੇਰੇ ਤੋਂ 2-3 ਜਣੇ ਛੱਡ ਕੇ ਤੇ ਕੋਈ ਬੰਦਾ ਪਰਚੀ ਤੋਂ ਮੁੰਡਾ ਕੰਮ ਕਰਦਾ ਹੋਣਾ, ਇੱਕ ਕੁੜੀ ਆਪਦੀ ਕੁੜਤੀ ਦੇ ਥੱਲੇ ਲਿਖ ਕੇ ਲਿਆਈ ਸੀ ਇੱਥੇ, ਇੱਕ ਮੁੰਡਾ ਐ ਜੇ ਇੱਥੇ ਜੜਾ ਕੇ ਨਾ ਤੇ ਕੁਝ ਲਿਖੀ ਜਾਵੇ। ਉਹ ਜਦੋਂ ਕਿਤੇ ਫਲੈਂਗ ਜੀ ਆਉਂਦੀ ਹੁੰਦੀ ਹੈ ਉੱਡਣਾ ਦਸਤਾ, ਲਓ ਜੀ ਉਹਨਾਂ ਨੇ ਜਦੋਂ ਮਾਰਿਆ ਛਾਪਾ ਤੇ ਉਹਨੇ ਨਾ ਪਰਚੀ ਕਰਕੇ ਖਾ ਗਿਆ। ਅੱਛਾ ਕਿੱਦਾਂ ਕਰ ਗਈ? ਕਰਕੇ ਖਾ ਗਿਆ ਉਹ। ਪਰ ਉਹਨੂੰ ਵੀ ਪਤਾ ਲੱਗ ਗਿਆ ਵੀ ਜਦੋਂ ਉੱਤੇ ਦਸਤਾ ਆ ਗਿਆ ਉਦੋਂ ਨੂੰ ਉਹਨੇ ਦੇਖਿਆ ਵੀ ਮੂੰਹ ਮਾਰੀ ਜਾਂਦਾ, ਹੁਣ ਉਹ ਕੁਛ ਕਰ ਤਾਂ ਸਕਦਾ ਨਹੀਂ, ਕਹਿੰਦਾ ਕੋਈ ਗੱਲ ਨਹੀਂ ਹੁਣ ਤਾਂ ਖਾ ਲਿਆ ਤੜਕੇ ਪਤਾ ਲੱਗੂ। ਮੈਂ ਕਿਹਾ ਗੱਲ ਸਹੀ ਆ। ਚਲੋ ਕੋਈ ਨਹੀਂ ਆਪਾਂ ਅਗਲੀਆਂ ਖਬਰਾਂ ਵੱਲ ਵਧੀਏ। ਹਾਂ ਟਾਣਾ ਸਾਹਿਬ ਬੜੀ ਤੜਥੱਲੀ ਮਚਣ ਵਾਲੀ ਹੈ। ਤੜਥੱਲੀ ਵਰਗੀ ਤੜਥੱਲੀ। ਮੈਨੂੰ ਤਾਂ ਇੱਕ ਗਾਣਾ ਚੇਤੇ ਆ ਜਾਂਦਾ, ਅਰੇ ਖੋਪੜੀ ਕੀ ਬੇਸਮੈਂਟ में दिलों की स्टेटमेंट में ना प्रॉफिट है ना लॉस, बिग बॉस। ਟਾਣਾ ਸਾਹਿਬ ਇਹ ਨਵਾਂ ਗਾਣਾ ਹੈ? ਨਹੀਂ ਨਹੀਂ ਇਹ 2-3 ਸਾਲ ਪਹਿਲਾਂ ਆਇਆ ਸੀ, ਬਿਗ ਬੌਸ ਦਾ ਗਾਣਾ ਸੀ ਇਹ। ਅੱਛਾ ਹਾਂ ਮੈਂ ਨਹੀਂ ਸੁਣਿਆ।
ਬਿਗ ਬੌਸ ਹਾਂ ਬਿਗ ਬੌਸ ਇਹਦੀ ਮਸ਼ਹੂਰੀ ਨਹੀਂ ਬਾਲੀ ਕਰਨੀ ਅੱਛਾ ਆਪਾਂ ਸਿਰਫ ਇਹ ਗੱਲ ਕਹਿਣੀ ਆ ਆਪਾਂ ਕਿਹੜਾ ਇਹਨਾਂ ਤੋਂ ਕੋਈ ਹਿੱਸਾ ਪੱਤ ਲੈਣੀ ਆ ਹਾਂ ਉਹ ਆਪਦਾ ਕੰਮ ਕਰਦੇ ਆ ਇਹ ਲੜਾਈ ਝਗੜੇ ਦਾ ਕੇਂਦਰ ਆ ਉਹ ਉੱਥੇ ਜੁੰਡੇ ਪੱਟਣੇ ਹੋਰ 2 ਹਫ਼ਤਿਆਂ ਨੂੰ ਇੱਕ ਦੂਜੀ ਦੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੇ ਇੱਥੇ ਕਹਿੰਦੇ ਵੀ ਇੱਕ ਹੋਰ ਜਿਹੜੀ ਕਹ ਲੋ ਬੀਬੀ ਆ ਉਹ ਦੇਖਣ ਨੂੰ ਮਿਲਣੀ ਹੈ हाँ बिल्कुल वो बीबी ऐ करके पहुंच भी गई है अच्छा सारे भक्तजनों को मैं ऐसे करूंगी वैसे करूंगी मैं तो सारी बात करूंगी ये इस बार बहुत चलेगा सलमान खान का शो अच्छा हाँ केड़ी बीबी है दस दो राधे सुखविंदर कौर बब्बू ਉਰਫ ਰਾਧੇ ਮਾਂ ਜੀ ਭਗਤਾਂ ਦੀ ਹਾਂ ਬਿਲਕੁਲ ਉਹ ਵੀ ਕਹਿੰਦੇ ਬਿਗ ਬੌਸ ਦੇ ਵਿੱਚ ਨਜ਼ਰ ਆਏਗੀ ਪਰ ਮੈਂ ਹੈਰਾਨ ਆ ਬਣੂ ਕੀ ਬਣਨਾ ਕੀ ਆ ਉਹਨਾਂ ਨੂੰ ਤਾਂ ਇਹੋ ਜਿਹੇ ਲੋਕਾਂ ਦੀ ਲੋੜ ਹੁੰਦੀ ਆ ਜਿਹੜੇ ਲੋਕ ਕਿਸੇ ਵੀ ਕੰਮ ਦੇ ਕਰਕੇ ਚਰਚਾ ਦੇ ਵਿੱਚ ਆਏ ਹੋਣ ਅੱਛਾ ਜੀ ਹੁਣ ਤੱਕ ਬਹੁਤ ਸਾਰੇ ਲੋਕ ਆਏ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਦੇ ਬਾਬਤ ਅਸੀਂ ਤਾਂ ਇਹ ਸੋਚਦੇ ਰਹੇ ਵੀ ਯਾਰ ਆਹ ਕੋਈ ਕੰਮ ਕੀਤਾ ਉਹ ਕਹਿੰਦੇ ਵੀ ਕੰਮ ਹੀ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਉਹ ਲੜਾਉਂਦੇ ਆ बिग बॉस कहते हैं कि कमरे में आ जाओ जाके बंदा उंगल ला के आउंदा ਉਹ ਬਾਹਰ ਆ ਜਾਂਦਾ ਬਿਗ ਬੌਸ ਕਹਿੰਦੇ ਦੂਸਰਾ ਆ ਜਾਓ ਫਿਰ ਉਹਦੇ ਬਾਰੇ ਲਾ ਆਉਂਦਾ ਫਿਰ ਕਹਿੰਦੇ ਲੋਕਾਂ ਨੂੰ ਵੋਟਾਂ ਪਾਓ ਇੱਕ ਜਣਾ ਝਟਕਾ ਦਿੰਦੇ ਆ ਜੀ ਬਿਲਕੁਲ ਸਹੀ ਗੱਲ ਹੈ ਜੁੰਡੇ ਜਾਂਡੇ ਪੜਦੇ ਆ ਅਖੀਰ ਤੇ 3 ਜਣੇ ਰਹਿ ਜਾਂਦੇ ਆ ਫਿਰ ਉਹਨਾਂ ਨੂੰ ਲਾਉਂਦੇ ਆ ਤੇ ਇਦਾਂ ਹੀ ਇੱਕ ਅੱਧਾ ਜੇਤੂ ਹੋ ਜਾਂਦਾ ਸੋ ਗੱਲ ਇਹ ਟੈਣਾ ਸਾਹਿਬ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਨਾ ਕਿਤੇ ਨਾ ਕਿਤੇ ਬੰਦੇ ਜਿਹੜੇ ਜਿੱਦਾਂ ਤੁਸੀਂ ਕਿਹਾ ਵੀ ਕੋਈ ਨਾ ਕੋਈ ਪੰਗਾ ਲਈ ਰੱਖਦੇ ਨੇ ਉਹਨਾਂ ਦੇ ਲਈ ਇਹ ਜਗ੍ਹਾ ਸਹੀ ਹੈ ਬਿਗ ਬੌਸ ਵਾਲੀ ਸੋ ਐਤਕੀ ਕਹਿੰਦੇ ਕਿ ਉੱਥੇ ਦੇਖਦੇ ਆ ਵੀ ਹੁਣ ਕੀ ਬਣਦਾ ਕਿਉਂਕਿ ਉਹ ਜਿਹੜੀ ਰਾਧੇ ਭਗਤਾਂ ਦੀ ਮਾਂ ਆ ਉਹਨੇ ਵੀ ਉੱਥੇ ਜਾਣਾ ਨਹੀਂ ਮੈਨੂੰ ਤਾਂ ਇੱਕ ਇੰਟਰਵਿਊ ਮੁਲਾਕਾਤ ਚੇਤੇ ਆ ਜਾਂਦੀ ਆ ਜਿਵੇਂ संजोत तुझे पता नहीं मैं क्या करती हूँ तुम मुंह उधर करो तुम मुंह उधर करो ये तो मेरे टेलर हैं ये तो बैठे रहने दो मास्टर जी ये मेरे मास्टर जी हैं हाँ। इनको कुछ नहीं कहना कभी कभी मैं रोने लगती हूँ मेरे आंसू गिर जाते हैं मैं मेडिटेशन करती हूँ टेक अ डीप ब्रेथ ਰਾਣਾ ਸਾਹਿਬ ਹੁਣ ਮੈਂ ਥੋੜੀ ਜਿਹੀ ਸਿਆਣੀ ਗੱਲ ਕਰਨਾ ਚਾਹਨੀ ਆ ਮਤਲਬ ਅੱਜ ਤੱਕ ਕਦੇ ਸਿਆਣੀ ਗੱਲ ਕੀਤੀ ਨਹੀਂ ਸੀ ਅੱਜ ਕਰੋਗੇ ਪਿਛਲੀ ਜਿਹੜੀ ਗੱਲ ਕੀਤੀ ਉਸ ਤੋਂ ਬਾਅਦ ਸਿਆਣੀ ਗੱਲ ਕਰਨਾ ਚਾਹਨੀ ਆ ਅੱਛਾ ਮੈਂ ਤਾਂ ਤੁਹਾਨੂੰ ਐ ਸੋਚਣ ਲੱਗ ਜਾਣਾ ਵੀ ਤੁਸੀਂ ਮੰਨ ਗਏ ਵੀ ਮੈਂ ਸਿਆਣੀ ਗੱਲ ਨਹੀਂ ਕੀਤੀ ਜ਼ਿਆਦਾ ਨਹੀਂ ਹੋ ਰਿਹਾ ਨਹੀਂ ਜ਼ਿਆਦਾ ਨਹੀਂ ਹੋ ਗਿਆ ਮੈਂ ਤਾਂ ਵੈਸੇ ਲਾਇਆ ਕਰੋ ਵਲਵਲਾ ਸਾਂਝਾ ਕੀਤਾ ਉਹਦਾ ਐਦਾਂ ਦੇ ਵਲਵਲੇ ਬਿਲਕੁਲ ਨਹੀਂ ਸਾਂਝੇ ਕਰਨੇ ਪੰਗਾ ਪੈ ਸਕਦਾ ਹਾਂ ਹਾਂ ਮੈਂ ਰੁੰਡ ਮਰੁੰਡ ਹੋ ਸਕਦਾ ਨਹੀਂ ਨਹੀਂ ਐਡੀ ਵੀ ਕੋਈ ਗੱਲ ਨਹੀਂ ਮੈਂ ਇਹ ਗੱਲ ਤਾਂ ਕਹੀ ਆ ਵੀ ਰੁੰਡ ਮਰੁੰਡ ਕੀ ਹੁੰਦਾ ਅਸੀਂ ਅਖੀਰ ਦੇ ਉੱਤੇ ਇਹ ਵੀ ਆਪਣੇ ਦਰਸ਼ਕਾਂ ਨੂੰ ਪੁੱਛਣਾ ਰੁੰਡ ਮਰੁੰਡ ਕੀ ਹੁੰਦਾ ਬਿਲਕੁਲ ਤੇ ਉਹ ਆਪਾਂ ਬਾਅਦ ਚ ਪੁੱਛਦੇ ਆ ਪਰ ਪਹਿਲਾਂ ਮੇਰੀ ਜਾਣਕਾਰੀ ਚ ਥੋੜਾ ਜਿਹਾ ਵਾਧਾ ਕਰੋ ਤੁਸੀਂ ਕਹਿ ਰਹੇ ਸੀ ਵੀ ਕਰੋਨਾ ਕਾਲ ਦੇ ਦੌਰਾਨ ਵੀ ਜਿਹੜੀ ਰਿਲਾਇੰਸ ਇੰਡਸਟਰੀ ਆ ਜਾਂ ਮੁਕੇਸ਼ ਅੰਬਾਨੀ ਹੋਰਾਂ ਦੀ ਗੱਲ ਕਰ ਲਈਏ ਉਹ ਮੁਨਾਫੇ ਦੇ ਵਿੱਚ ਰਹੇ ਨੇ ਮੈਨੂੰ ਸਮਝ ਨਹੀਂ ਆਇਆ ਕੁਝ ਅੰਕੜੇ ਵੀ ਮੈਂ ਲੈ ਕੇ ਆਈ ਆ ਅਸਲ ਦੇ ਵਿੱਚ ਉਹਨਾਂ ਦੇ ਕੋਲੇ ਹੈਗਾ ਖਜ਼ਾਨਾ ਜੀ ਉਹ ਕਹਿੰਦੇ ਖੁੱਲ ਜਾ ਸਿਮ ਉਹ ਖੁੱਲ ਜਾਂਦਾ ਅੱਛਾ ਉਹ ਕਹਿੰਦੇ ਬੰਦ ਹੋ ਜਾ ਸਿਮ ਉਹ ਬੰਦ ਹੋ ਜਾਂਦਾ ਉਹਨਾਂ ਦੇ ਕੋਲੇ ਹੈਗਾ ਅਸਲ ਦੇ ਵਿੱਚ ਅਲਾਦੀਨ ਦਾ ਚਿਰਾਗ ਉਹ ਰਗੜਦੇ ਐ ਕਰਕੇ ਵਿੱਚੋਂ ਨਿਕਲਦਾ ਜਿੰਨ ਕਹਿੰਦੇ ਵੀ 25000 ਕਰੋੜ ਰੁਪਇਆ ਸਾਨੂੰ ਪੈਦਾ ਕਰ ਦੇ ਉਹ ਕਹਿੰਦਾ ਜੋ ਹੁਕਮ ਮੇਰੇ ਆਕਾ ਪੈਸਾ ਪੈਦਾ ਕਰਕੇ ਫਿਰ ਉਹ ਬੋਤਲ ਜੀ ਚ ਵੜ ਜਾਂਦਾ ਗੱਲ ਖਤਮ ਮਤਲਬ ਆਪਾਂ ਉਹ ਬੋਤਲ ਕਿਤੋਂ ਲੱਭ ਕੇ ਲਿਆਈਏ ਸਾਡਾ ਪੰਜਾਬ ਰੋਲੇ ਹੀ ਬੋਤਲਾਂ ਨੇ ਆ ਬਿਲਕੁਲ ਸਹੀ ਗੱਲ ਹੈ ਇਹ ਤਾਂ ਤੁਸੀਂ ਦਿਲ ਨੂੰ ਲਾ ਦਿੱਤੀ ਗੱਲ ਕਹਿਣਾ ਸਾਹਿਬ ਪਰ ਜਿਹੜੇ ਅੰਕੜੇ ਨੇ ਉਹ ਕੁਝ ਹੋਰ ਕਹਿੰਦੇ ਨੇ ਅਸਲ ਦੇ ਵਿੱਚ ਕਰੋਨਾ ਦੇ 6 ਮਹੀਨਿਆਂ ਦੇ ਵਿੱਚ ਹਰ ਘੰਟੇ 90 ਕਰੋੜ ਰੁਪਈਆ ਜਿਵੇਂ ਤੁਸੀਂ ਦੱਸਿਆ ਸੀ ਵੀ ਉਹ ਇਹਨਾਂ ਨੇ ਕਮਾਇਆ ਔਰ ਤੁਸੀਂ ਵੇਖੋਗੇ ਭਾਰਤ ਦੇ ਜਿੰਨੇ ਵੀ ਰਈਸ ਨੇ ਉਹਨਾਂ ਦੀ 10 ਲੱਖ ਕਰੋੜ ਤੋਂ ਵੱਧ ਉਹਨਾਂ ਦੀ ਆਮਦਨ ਦੇ ਵਿੱਚ ਇਜ਼ਾਫਾ ਹੋਇਆ ਇਸ ਤਾਲਾਬੰਦੀ ਚ ਜੀ ਅਸਲ ਚ ਨਾ ਇਹ ਹਰੂਨ ਇੰਡੀਆ ਦੀ ਸੂਚੀ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਨੇ ਸਾਰੀ ਜਾਣਕਾਰੀ ਦਿੱਤੀ ਹੈ ਔਰ ਤੁਹਾਨੂੰ ਇਹ ਤਾਂ ਪਤਾ ਹੀ ਹੋਏਗਾ ਵੀ ਪਿਛਲੇ 9 ਸਾਲਾਂ ਤੋਂ ਸਭ ਤੋਂ ਅਮੀਰ ਨੇ ਮੁਕੇਸ਼ ਅੰਬਾਨੀ ਹੋਰੀ ਤੁਸੀਂ ਇਹ ਵੇਖੋ ਵੀ ਇਸ ਕਰੋਨਾ ਦੌਰ ਦੇ ਵਿੱਚ ਜੀਡੀਪੀ ਜਿਹੜੀ ਆ ਉਹਦੇ ਚ ਇਤਿਹਾਸਕ ਗਿਰਾਵਟ ਆਈ ਹੈ 6 ਮਹੀਨਿਆਂ ਚ -23.9% ਤੱਕ ਉਹ ਪਹੁੰਚ ਗਈ ਹੈ ਔਰ ਜੇਕਰ ਲੋਕਾਂ ਦੀ ਆਮ ਦੀ ਗੱਲ ਕਰੀਏ ਆਪਾਂ ਤਾਂ ਤਕਰੀਬਨ 1.76 ਕਰੋੜ ਨੌਕਰੀਆਂ ਜਿਹੜੀਆਂ ਅਪ੍ਰੈਲ ਤੋਂ ਜੁਲਾਈ ਦੇ ਵਿੱਚ ਲੋਕਾਂ ਦੀਆਂ ਗਈਆਂ ਦੇਖੋ ਜੀ ਇਹ ਭਾਰਤ ਦੇ ਵਿੱਚ ਉਹ ਦੌਰ ਚੱਲ ਰਿਹਾ ਜਦੋਂ 1 ਕਰੋੜ ਤੇ 76 ਲੱਖ ਲੋਕਾਂ ਦੀ ਨੌਕਰੀ ਚਲੀ ਗਈ ਆ ਭਾਵੇਂ ਉਹ ਵੱਡੀ ਨੌਕਰੀ ਆ ਭਾਵੇਂ ਛੋਟੀ ਨੌਕਰੀ ਆ ਇਹ ਵੀ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਦਾ ਜਿਹੜਾ ਅੰਕੜਾ ਹੈਗਾ ਪਰ ਤੁਸੀਂ ਇਹ ਦੇਖੋ ਵੀ ਸਾਡੇ ਤਾਂ ਉਹ ਵੀ ਰੁਜ਼ਗਾਰ ਖੁੱਸ ਗਏ ਜਿਹੜੇ 5-5 10-10 20-20 25-25 ਹਜ਼ਾਰ ਰੁਪਏ ਦੇ ਕਰਦੇ ਸੀ ਪਰ ਉਹਨਾਂ ਲੋਕਾਂ ਨੇ ਇਸ ਤਾਲਾਬੰਦੀ ਦੇ ਵਿੱਚ ਵੀ ਪੈਸੇ ਕਮਾਏ ਆ ਜਦੋਂ ਸਾਰਾ ਭਾਰਤ ਬੰਦ ਆ ਸਾਰੀ ਦੁਨੀਆ ਬੰਦ ਹੋਈ ਪਈ ਆ ਬਾਜ਼ਾਰ ਕੋਈ ਖੁੱਲਦਾ ਨਹੀਂਗਾ ਵਿਕਦਾ ਕੁਝ ਹੈ ਨਹੀਂਗਾ ਫਿਰ ਉਹਨਾਂ ਦੀ ਆਮਦਨ ਦੇ ਵਿੱਚ ਇਜ਼ਾਫਾ ਕਿਵੇਂ ਹੋਇਆ ਕਿਉਂਕਿ ਜਦੋਂ ਉਹਨਾਂ ਨੇ ਆਪਣੀਆਂ ਫੈਕਟਰੀਆਂ ਲਾਉਣੀਆਂ ਹੁੰਦੀਆਂ ਜਦੋਂ ਉਹਨਾਂ ਨੇ ਆਪਣੇ ਕਾਰਖਾਨੇ ਲਾਉਣੇ ਆ ਜਦੋਂ ਉਹਨਾਂ ਨੇ ਆਪਣਾ ਹੋਰ ਬਾਕੀ ਤਾਮਝਾਮ ਲਾਉਣਾ ਹੈਗਾ ਉਹ ਉਦੋਂ ਹੀ ਮੁਨਾਫੇ ਦੀ ਤੇ ਕਟੌਤੀ ਦੀ ਗੱਲ ਸੋਚ ਕੇ ਕਰਦੇ ਤੇ ਸਰਕਾਰਾਂ ਉਹਨਾਂ ਨੂੰ ਬਚਾਉਣ ਦੇ ਲਈ ਲੱਖ ਯਤਨ ਕਰਦੀਆਂ ਜੇਕਰ ਇਹਨਾਂ ਦੇ ਉੱਤੇ ਕੋਈ ਕਰਜ਼ਾ ਹੁੰਦਾ ਤਾਂ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਜਿਹੜੇ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਲਾ ਕੇ ਪਰੇ ਮਾਰੇ ਜਾਂਦੇ ਆ ਕਿਸਾਨ ਦਾ ਤਾਂ
50,000 ਰੁਪਇਆ ਨਹੀਂ ਮਾਫ ਕਰਦੀ ਕੇਂਦਰ ਸਰਕਾਰ ਤੇ ਇਹਨਾਂ ਦਾ ਅਰਬਾਂ ਰੁਪਇਆ ਮਾਫ ਕਰਦੀ ਆ। ਜੀ। ਉਹਨਾਂ ਦੇ ਕਾਰੋਬਾਰ ਤਾਂ ਕਰਕੇ ਵਧਦੇ ਆ। ਮੈਂ ਤੁਹਾਨੂੰ ਇੱਕ ਦਿਨ ਅੱਗੇ ਵੀ ਦੱਸਿਆ ਸੀਗਾ ਵੀ ਅਡਾਨੀ ਗਰੁੱਪ ਨੇ ਪੰਜਾਬ ਦੇ ਵਿੱਚ ਸਟੀਲ ਦੇ ਗੋਦਾਮ ਬਣਾਉਣੇ ਸ਼ੁਰੂ ਕਰਤੇ ਆ। ਬਿਲਕੁਲ। ਉਹਨਾਂ ਨੇ ਕੋਟਕਪੂਰੇ ਦੇ ਵਿੱਚ ਵੀ ਬਹੁਤ ਵੱਡਾ ਗੋਦਾਮ ਬਣਾਉਣਾ। ਉਹਦਾ ਹੋਇਆ ਕਰਾਰ FCI ਦੇ ਨਾਲ। FCI ਦੇ ਨਾਲ ਇਹ ਕਰਾਰ ਹੋਇਆ ਵੀ ਅਸੀਂ 97 ਰੁਪਏ ਕੁਇੰਟਲ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਿਰਾਇਆ ਲਵਾਂਗੇ, ਪਰ ਜੇਕਰ ਤੁਸੀਂ ਇਹਦੇ ਵਿੱਚ ਅਨਾਜ ਨਾ ਵੀ ਰੱਖੋ ਤਾਂ ਵੀ ਅਸੀਂ ਉੱਕੇ ਪੁੱਕੇ ਪੈਸੇ ਲੈਣੇ ਆ। ਮਤਲਬ ਜਿਵੇਂ ਬਿਜਲੀ ਵਾਲੀ ਗੱਲ ਹੋਈ ਸੀ, ਉਹ ਜਿਹੜੀ ਅੱਜ ਸਾਨੂੰ ਭੁਗਤਣੀ ਪੈ ਰਹੀ ਹੈ, ਹੌਲੀ ਹੌਲੀ ਇਹ ਵੀ ਅਸੀਂ ਭੁਗਤਾਂਗੇ। ਬਿਲਕੁਲ ਸਹੀ ਗੱਲ ਆ। ਅੱਜ ਜਿਹੜੇ ਨਿੱਜੀ ਥਰਮਲ ਪਲਾਂਟ ਆ ਉਹਨਾਂ ਤੋਂ ਭਾਵੇਂ ਅਸੀਂ 1 ਯੂਨਿਟ ਵੀ ਬਿਜਲੀ ਨਾ ਲੱਗੇ, ਪਰ ਸਰਕਾਰ ਨੂੰ ਉੱਕੇ ਪੁੱਕੇ ਪੈਸੇ ਤਾਂ ਵੀ ਦੇਣੇ ਪੈਣੇ ਆ। ਇਸੇ ਕਰਕੇ ਬਿਜਲੀ ਵਰਤੋ ਜਾਂ ਨਾ ਵਰਤੋ ਤੁਹਾਡੀ ਜੇਬ ਦੇ ਉੱਤੇ ਬੋਝ ਪਈ ਜਾਂਦਾ ਪ੍ਰਤੀ ਯੂਨਿਟ ਦਾ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ ਤੇ ਜਿਹਦਾ ਜਵਾਬ ਸ਼ਾਇਦ ਕਦੇ ਵੀ ਨਹੀਂ ਮਿਲਣਾ। ਅਸੀਂ ਤਾਂ ਅਸਲ ਦੇ ਵਿੱਚ ਭੋਲੇ ਲੋਕ ਆ। ਇਹ ਸੋਚ ਲੈਂਦੇ ਆ ਵੀ ਐਤਕੀ ਫਲਾਣੇ ਨੇ ਪ੍ਰਧਾਨ ਮੰਤਰੀ ਬਣ ਜਾਣਾ, ਐਤਕੀ ਫਲਾਣੇ ਨੇ ਫਲਾਣਾ ਨੇਤਾ ਬਣ ਜਾਣਾ, ਫਲਾਣੀ ਪਾਰਟੀ ਨੇ ਜਿੱਤ ਜਾਣਾ। ਇਹ ਤਾਂ ਇਹ ਲੋਕ ਬਣਾਉਂਦੇ ਆ। ਇਹ ਤਾਂ ਘੋੜੇ ਆ ਅਸਲ ਦੇ ਵਿੱਚ, ਇਹ ਦੌੜ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਆ। ਐਤਕੀ ਦਾ ਇਸ ਘੋੜੇ ਤੇ ਲਾਉਣਾ, ਐਤਕੀ ਦਾ ਅਸੀਂ ਇਸ ਘੋੜੇ ਤੇ ਲਾਉਣਾ, ਸਾਡੇ ਕਾਰੋਬਾਰ ਸਾਡੇ ਵਪਾਰ ਦੇ ਮੁਤਾਬਕ ਐਤਕੀ ਆਹ ਬੰਦਾ ਠੀਕ ਆ। ਉਹ ਸਾਨੂੰ ਹੀ ਭੁਲੇਖਾ ਵੀ ਆਹ ਪਾਰਟੀ ਇੱਕਦਮ ਪਤਾ ਨਹੀਂ ਤਾਂ ਕਿਵੇਂ ਆ ਗਈ, ਆਹ ਪਾਰਟੀ ਇੱਕਦਮ ਥੱਲੇ ਨੂੰ ਪਤਾ ਨਹੀਂ ਕਿਵੇਂ ਚਲੀ ਗਈ। ਵੇਖੋ ਟਾਣਾ ਸਾਹਿਬ ਵੀ ਕਹਿੰਦੇ ਸੀ ਕਿ ਸਭ ਤੋਂ ਵੱਧ ਜਦੋਂ ਆਪਾਂ ਗੱਲ ਕਰੀਏ ਨੋਟਬੰਦੀ ਦੀ ਤਾਂ ਉਹਦਾ ਅਸਰ ਆਮ ਲੋਕ ਦੇ ਉੱਤੇ ਹੋਇਆ। ਤੁਸੀਂ ਕਿੰਨੇ ਕੁ ਰਈਸ ਬੰਦੇ ਜਿਹੜੇ ਆ ਉਹ ਲਾਈਨਾਂ ਦੇ ਵਿੱਚ ਖੜੇ ਵੇਖੇ ਤੇ ਕਿੰਨਿਆਂ ਕੁ ਨੂੰ ਸਮੱਸਿਆ ਆਉਂਦੀ ਵੇਖੀ ਹੈ? ਕੋਈ ਵੀ ਨਹੀਂ ਸੀ ਉਹਨਾਂ ਦੇ ਵਿੱਚੋਂ। ਆ ਬਾਬਾ ਜੀ ਢਿੱਡ ਘਮਾਉਂਦੇ ਘਮਾਉਂਦੇ ਜਿਹੜੇ ਅੱਜ ਕੱਲ ਲਾਲਾ ਜੀ ਬਣੇ ਹੋਏ ਨੇ, ਉਹ ਇਹ ਗੱਲਾਂ ਕਹਿੰਦੇ ਸੀ ਕਿ 15-15 ਲੱਖ ਰੁਪਈਆ ਖਾਤੇ 'ਚ ਆ ਜਾਣਾ ਹੈ, ਕਾਲਾ ਬਾਜ਼ਾਰੀ ਜਿਹੜੀ ਉਹ ਖਤਮ ਹੋ ਜਾਣੀ ਹੈ, ਕਾਲਾ ਪੈਸਾ ਬਾਹਰੋਂ ਆ ਜਾਣਾ ਹੈ, 100 ਦਿਨ ਦੇ ਵਿੱਚ ਚਮਤਕਾਰ ਹੋ ਜਾਣਾ ਜੀ। ਪੈਟਰੋਲ ਤੁਹਾਨੂੰ 35-37 ਰੁਪਏ ਜਿਹੜਾ ਲੀਟਰ ਮਿਲਿਆ ਕਰੂਗਾ, ਟੈਕਸ ਤਾਂ ਕਿੰਨੀ ਦੇਰ ਤੁਹਾਨੂੰ ਦੇਣ ਦੀ ਲੋੜ ਨਹੀਂ ਪੈਣੀ। ਉਹ ਵੀ ਅੱਜ ਕੱਲ ਚੁੱਪ ਨਜ਼ਰ ਆ ਰਹੇ ਨੇ, ਕਿਤੇ ਵੀ ਨਹੀਂ ਬੋਲ ਰਹੇ। ਹੋਇਆ ਇਦਾਂ ਦਾ ਕੁਝ ਵੀ ਨਹੀਂ। ਉਸ ਤੋਂ ਬਾਅਦ ਕਾਰੋਬਾਰ ਸਾਰੇ ਲੋਕਾਂ ਦਾ ਠੱਪ ਹੋ ਗਿਆ। ਹਰ ਬੰਦਾ ਜਿਹੜਾ ਉਹ ਹਾਲੇ ਤੱਕ ਸੂਤ ਨਹੀਂ ਹੋਇਆ, ਚਾਹੇ ਥੋੜਾ ਥੋੜਾ ਭਾਰਤ ਖੁੱਲਣਾ ਵੀ ਸ਼ੁਰੂ ਹੋ ਗਿਆ ਜਾਂ ਲੋਕਾਂ ਦੀ ਜ਼ਿੰਦਗੀ ਲੀਹ ਦੇ ਉੱਪਰ ਥੋੜੀ ਥੋੜੀ ਆਉਣੀ ਸ਼ੁਰੂ ਹੋ ਗਈ। ਸੜਕਾਂ ਤੇ ਆਮ ਲੋਕ ਦੇਖ ਰਹੇ ਨੇ, ਪਰ ਫਿਰ ਵੀ ਜਿਹੜਾ ਲੱਕ ਤੋੜਿਆ ਗਿਆ ਉਹ ਨਹੀਂ ਠੀਕ ਹੋ ਰਿਹਾ। ਪਰ ਇਹ ਤਾਂ ਵੀ ਮੁਨਾਫੇ ਦੇ ਵਿੱਚ ਜਾ ਰਹੇ ਨੇ। ਬਿਲਕੁਲ ਸਹੀ ਗੱਲ ਆ। ਜੱਜ ਦਾ ਵਿਚਾਰ। ਹਰਮਨ ਜੀ, 3 ਖਬਰਾਂ ਕੁੜੀਆਂ ਚਿੜੀਆਂ ਦੇ ਨਾਲ ਸੰਬੰਧਿਤ ਆ, ਉਹ ਮੈਂ ਚਾਹੁੰਦਾ ਵੀ ਸੰਖੇਪ ਦੇ ਵਿੱਚ ਸਾਂਝੀਆਂ ਹੋਣ। ਇੱਕ ਖਬਰ ਇਹ ਆ ਵੀ ਇੱਕ ਜਵਾਨ ਕੁੜੀ ਦੇ ਨਾਲ ਕਈ ਲੋਕਾਂ ਦੇ ਵੱਲੋਂ ਸਮੂਹਕ ਜਬਰ ਜਨਾਹ ਕੀਤਾ ਗਿਆ। ਉਸ ਕੁੜੀ ਦੀ ਜੀਭ ਵੀ ਵੱਢਤੀ, ਉਹਦੀ ਰੀੜ੍ਹ ਦੀ ਹੱਡੀ ਵੀ ਤੋੜਤੀ ਤੇ ਉਹ ਕੁੜੀ ਇਸ ਜਹਾਨ ਤੋਂ ਕੂਚ ਕਰ ਗਈ ਆ। ਇਹ ਖਬਰ ਆਈ ਹੈਗੀ ਆ ਹਾਥਰਸ ਉੱਤਰ ਪ੍ਰਦੇਸ਼ ਦੇ ਵੱਲੋਂ। ਯੋਗੀ ਆਦਿੱਤਿਆਨਾਥ ਦੀ ਉੱਥੇ ਸਰਕਾਰ ਆ, ਉੱਥੇ ਬੀਜੇਪੀ ਦੀ ਸਰਕਾਰ ਆ ਤੇ ਬੀਜੇਪੀ ਸਭ ਤੋਂ ਵੱਧ ਇਸ ਗੱਲ ਦਾ ਨਾਅਰਾ ਦਿੰਦੀ ਆ, ਬੇਟੀ ਬਚਾਓ ਬੇਟੀ ਪੜਾਓ। ਇਹ ਵੀ ਕਿਸੇ ਦੀ ਬੇਟੀ ਸੀ। ਖੇਤਾਂ ਦੇ ਵਿੱਚ ਇਹਨੂੰ ਖਿੱਚ ਕੇ ਲੈ ਗਏ ਤੇ ਉਹਦੇ ਨਾਲ ਪਸ਼ੂਪੁਣਾ ਕੀਤਾ ਗਿਆ ਤੇ ਹੁਣ ਸਮਾਜ ਸੇਵੀ ਜਥੇਬੰਦੀਆਂ ਤੇ ਆਮ ਲੋਕ ਆ ਜਿਹੜੇ ਉਹਨਾਂ ਦੋਸ਼ੀਆਂ ਨੂੰ, ਉਹਨਾਂ ਹੱਤਿਆਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਹੱਕ ਦੇ ਵਿੱਚ ਹੈ। ਤੇ ਯੂਪੀ ਦੀ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ, ਪੁਲਿਸ ਤੰਤਰ ਦੇ ਉੱਤੇ ਸਵਾਲ ਖੜਾ ਹੋਇਆ। ਦੂਜੀ ਖਬਰ ਆਈ ਹੈਗੀ ਹੈ ਪੰਜਾਬ ਤੋਂ। ਮਾਛੀਵਾੜਾ ਸਾਹਿਬ ਦੇ ਵਿੱਚ ਇੱਕ 4 ਮਹੀਨੇ ਦੀ ਬੱਚੀ ਇੱਕ ਗਰੀਬੜੀ ਔਰਤ ਨੇ 4000 ਰੁਪਏ ਦੇ ਵਿੱਚ ਵੇਚਤੀ। ਇਸ ਔਰਤ ਦੇ 3 ਬੱਚੇ ਆ, ਤੀਜੀ ਬੱਚੀ ਉਹਨੇ ਵੇਚੀ ਆ। ਜਦੋਂ ਉਹਨੇ ਬੱਚੀ ਨੂੰ ਦੇਣਾ ਸੀ ਨਾ 4000 ਰੁਪਇਆ ਲੈ ਕੇ ਤੇ ਜਿਵੇਂ ਬੱਚੀ ਦੇਣੀ ਆ, ਤੇ ਉਹਨੇ ਉੱਥੇ ਖੜੀ ਨੇ ਪਹਿਲਾਂ ਤਾਂ ਆਪਦਾ ਦੁੱਧ ਪਿਲਾਇਆ, ਉਹਨੂੰ ਘੁੱਟ ਕੇ ਹਿੱਕ ਦੇ ਨਾਲ ਲਾਇਆ। ਉਸ ਤੋਂ ਬਾਅਦ ਉਹਨੇ ਬੱਚੀ ਝੋਲੀ ਦੇ ਵਿੱਚ ਪਾਤੀ ਵੀ ਇਹਨੂੰ ਲੈ ਜਾਓ। ਉਹਨੇ ਇਹ ਗੱਲ ਕਹੀ ਆ ਵੀ ਤਾਲਾਬੰਦੀ ਦੇ ਵਿੱਚ ਘਰ 'ਚ ਪੀਪੇ 'ਚ ਆਟਾ ਹੈ ਨਹੀਂ, ਸਾਡੇ ਸਿਲੰਡਰ ਹੈ ਨਹੀਂ, ਸਾਡੇ ਬਾਲਣ ਹੈ ਨਹੀਂ, ਸਾਡੇ ਕੋਲੇ ਦਾਲ ਵੀ ਹੈ ਨਹੀਂ, ਸਾਡੇ ਕੋਲੇ ਦੁੱਧ ਵੀ ਹੈ ਨਹੀਂ, ਅਸੀਂ ਕਰੀਏ ਤਾਂ ਕੀ ਕਰੀਏ। ਇਸ ਕਰਕੇ ਉਹ ਕਹਿੰਦੀ ਮੈਨੂੰ ਇਹ ਬੱਚੀ ਵੇਚਣੀ ਪਈ ਆ। ਹੁਣ ਇਸ ਮਾਮਲੇ ਦੇ ਉੱਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਆ, ਕਿਉਂਕਿ ਚਸ਼ਮਦੀਦ ਨੇ ਜਿਹੜੇ ਉਹਨਾਂ ਨੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਆ। ਇਹ ਔਰਤ ਕਹਿੰਦੀ ਜੀ ਮੈਂ ਤਾਂ ਗੋਦ ਦਿੱਤੀ ਆ ਬੱਚੀ 4000 ਰੁਪਏ ਦੇ ਵਿੱਚ, ਪਰ ਗੋਦ ਇਉਂ ਹੀ ਨਹੀਂ ਹੁੰਦੀ। ਇਹ ਕਿਹੜਾ ਕੋਈ ਪਸ਼ੂ ਆ ਵੀ ਆਪਾਂ ਸੰਗਲ ਜੀ ਨੂੰ ਮਰਜ਼ੀ ਫੜਾ ਦਈਏ। ਇਹ ਇੱਕ ਪ੍ਰਕਿਰਿਆ ਹੁੰਦੀ ਆ, ਕਾਨੂੰਨੀ ਪ੍ਰਕਿਰਿਆ, ਉਹਦੇ ਮੁਤਾਬਕ ਹੀ ਤੁਸੀਂ ਗੋਦ ਦੇ ਸਕਦੇ ਆ ਜਾਂ ਲੈ ਸਕਦੇ ਆ। ਤੇ ਤੀਜੀ ਜਿਹੜੀ ਵੱਡੀ ਖਬਰ ਆ ਉਹ ਹੈਗੀ ਵਾਰਾਣਸੀ ਤੋਂ। ਇੱਥੇ ਇੱਕ ਡਾਕਟਰ ਨਹੀਂ ਆ, ਉਹਦਾ ਨਰਸਿੰਗ ਹੋਮ ਆ। ਉਹਨੇ ਹੁਣ ਤੱਕ 350 ਦੇ ਕਰੀਬ ਉਹਦੇ ਨਰਸਿੰਗ ਹੋਮ ਦੇ ਵਿੱਚ ਬੱਚੀਆਂ ਪੈਦਾ ਹੋਈਆਂ। ਜਦੋਂ ਵੀ ਕੋਈ ਬੱਚੀ ਜਨਮ ਲੈਂਦੀ ਆ ਉਹਦੇ ਉੱਥੇ ਨਰਸਿੰਗ ਹੋਮ ਦੇ ਵਿੱਚ ਉਹ ਪੈਸਾ ਕੋਈ ਨਹੀਂ ਲੈਂਦੀ, ਭਾਵੇਂ ਵੱਡਾ ਆਪਰੇਸ਼ਨ ਹੋਵੇ, ਭਾਵੇਂ ਛੋਟਾ ਹੋਵੇ ਤੇ ਭਾਵੇਂ ਸਧਾਰਨ ਡਿਲੀਵਰੀ ਹੋਵੇ। ਉਲਟਾ ਉਹ ਲੱਡੂ ਵੀ ਵੰਡਦੀ ਆ ਤੇ ਦੁੱਕੀ ਇੱਕ ਲੈਂਦੀ ਨਹੀਂ, ਤੇ ਉੱਥੇ ਢੋਲ ਵਾਲੇ ਵੀ ਸੱਦਦੀ ਆ ਤੇ ਇਹ ਗੱਲ ਕਹਿੰਦੀ ਵੀ ਆਪਾਂ ਬੱਚੀਆਂ ਨੂੰ ਬਚਾਉਣ ਦੇ ਲਈ ਆਹ ਕੁਝ ਕਰਨਾ। ਵਾਹ, ਸਦਕੇ ਜਾਵਾਂ ਇਹੋ ਜਿਹੀ ਡਾਕਟਰਨੀ ਦੇ ਜਿਹਨੇ ਇੰਨਾ ਵੱਡਾ ਕੰਮ ਕਰਕੇ ਵਿਖਾਇਆ। ਨਹੀਂ ਤਾਂ ਡਾਕਟਰਨੀਆਂ ਉਹ ਵੀ ਹੈਗੀਆਂ ਨੇ ਜਿਹੜੀਆਂ ਅੱਜ ਕੁਝ ਕੁ ਪੈਸਿਆਂ ਦੇ ਪਿੱਛੇ ਕੀ ਕੁਝ ਕਰ ਰਹੀਆਂ ਨੇ, ਜਾਂ ਕਹਿ ਲਓ ਚਾਹੇ ਕਿਹਾ ਜਾਂਦਾ ਹੈ ਵੀ ਟੈਸਟ ਜਿਹੜੇ ਨੇ ਉਹ ਨਹੀਂ ਹੋਣਗੇ ਜਾਂ ਇਹ ਗੈਰ ਕਾਨੂੰਨੀ ਹੈ, ਪਰ ਫਿਰ ਵੀ ਅੰਦਰ ਖਾਤੇ ਕੀ ਕੁਝ ਚੱਲ ਰਿਹਾ ਹੈ ਇਹ ਆਪਾਂ ਸਾਰੇ ਜਾਣਦੇ ਹਾਂ। ਸਾਰੀਆਂ ਡਾਕਟਰਨੀਆਂ ਇੱਕੋ ਜਿਹੀਆਂ ਨਹੀਂ, ਸਾਰੀਆਂ ਚੰਗੀਆਂ ਨਹੀਂ ਤੇ ਸਾਰੀਆਂ ਮਾੜੀਆਂ ਵੀ ਨਹੀਂ ਹੈਗੀਆਂ। ਸੋ ਇਹੋ ਜਿਹੀਆਂ ਜਿਹੜੀਆਂ ਡਾਕਟਰਨੀਆਂ ਨੇ ਇਹਨਾਂ ਨੂੰ ਲੱਖ ਵਾਰ
ਕਰੋੜ ਵਾਰ ਸਲਾਮ ਹੈ ਕਿ ਇਹ ਬੱਚੀਆਂ ਨੂੰ ਬਚਾਉਣ ਦੇ ਲਈ ਇੰਨਾ ਵੱਡਾ ਉਦਮ ਕਰ ਰਹੀਆਂ ਨੇ। ਬਿਲਕੁਲ ਸਹੀ। ਦੂਸਰੇ ਬੰਨੇ ਜੇ ਆਪਾਂ ਗੱਲ ਕਰੀਏ ਹਾਥਰਸ ਦੀ, ਉੱਥੇ ਜੋ ਕੁਝ ਵਾਪਰਿਆ ਟੈਣਾ ਸਾਹਿਬ, ਮੈਨੂੰ ਨਾ ਹੁਣ ਇਉਂ ਲੱਗਣ ਲੱਗ ਗਿਆ ਇਹ ਕੋਈ ਪਹਿਲੀ ਖਬਰ ਨਹੀਂ ਹੈ। ਬਹੁਤ ਸਾਰੀਆਂ ਖਬਰਾਂ ਦੱਬ ਜਾਂਦੀਆਂ ਨੇ, ਬਹੁਤ ਸਾਰੀਆਂ ਦਬਾ ਦਿੱਤੀਆਂ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਵੀ ਆਉਂਦੀਆਂ ਨੇ। ਪਰ ਮਾਫੀ ਚਾਹੁੰਦਾ, ਮੈਂ ਇੱਕ ਗੱਲ ਕਹਿਣ ਲੱਗਾ, ਉਹਦੀ ਤਾਂ ਜੀਭ ਕੱਟਤੀ, ਉਹ ਤਾਂ ਤੜਫੀ। ਆ ਸਾਡੇ ਭਾਰਤੀ ਮੀਡੀਆ ਦੇ 90% ਹਿੱਸੇ ਦੀ ਜੀਭ ਕੱਟੀ ਪਈ ਆ, ਉਹ ਬੋਲਦੇ ਹੀ ਨਹੀਂ ਗਏ ਇਸ ਮਾਮਲੇ ਤੇ। ਉਹ ਬੋਲ ਨਹੀਂ ਸਕਦੇ ਨਾ, ਕਿਉਂਕਿ ਜਿਨ੍ਹਾਂ ਦੀ ਗੋਦੀ 'ਚੋਂ ਬੈਠੇ ਨੇ ਉਹ ਕਿਵੇਂ ਬੋਲ ਸਕਦੇ ਨੇ? ਉਹ ਬੋਲਣਗੇ ਤਾਂ ਫਿਰ ਉਹਨਾਂ ਦੇ ਜਿਹੜੇ ਘਰੇ ਦਾਣਾ ਪਾਣੀ, ਸਿਕਿਉਰਟੀਆਂ, ਇਹ ਉਹ ਜੋ ਕੁਝ ਮਿਲ ਰਿਹਾ ਉਹਨਾਂ ਬੰਦ ਹੋ ਜਾਊਗਾ। ਗੱਲ ਇਹ ਹੈ ਕਿ ਹੁਣ ਮੈਨੂੰ ਇਹ ਲੱਗਦਾ ਹੈ ਕਿ ਸਰਕਾਰਾਂ ਨੇ, ਪੁਲਿਸ ਨੇ ਕੁਝ ਨਹੀਂ ਕਰਨਾ ਹੈਗਾ, ਇਹ ਸਾਰਾ ਕੁਝ ਇਉਂ ਹੀ ਹੁੰਦਾ ਰਹੂਗਾ। ਘਾਟਾ ਉਹਨਾਂ ਨੂੰ ਪੈਂਦਾ ਜਿਨ੍ਹਾਂ ਦੇ ਪਰਿਵਾਰ ਦਾ ਜੀ ਚਲਾ ਜਾਂਦਾ, ਜਾਂ ਸਾਰੀ ਜ਼ਿੰਦਗੀ ਜਿਨ੍ਹਾਂ ਨੂੰ ਰੋਣਾ ਪੈਂਦਾ ਹੈ, ਘਾਟਾ ਉਹਨਾਂ ਨੂੰ ਹੈ। ਸੋ ਸਾਨੂੰ ਕੁੜੀਆਂ ਨੂੰ ਅੱਗੇ ਆਉਣਾ ਪਏਗਾ ਹੁਣ, ਤੇ ਸਾਨੂੰ ਆਪਣੀ ਹਿਫਾਜ਼ਤ ਜਿਹੜੀ ਆ ਉਹ ਆਪ ਕਰਨੀ ਪਏਗੀ। ਸਾਨੂੰ ਸਿੱਖਣਾ ਪਏਗਾ ਕਿ ਅਸੀਂ ਆਪਣੀ ਹਿਫਾਜ਼ਤ ਕਿਵੇਂ ਕਰ ਸਕਦੇ ਹਾਂ। ਇਸ ਬੱਚੀ ਨੇ ਵੀ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਦੀ, ਪਰ ਨਹੀਂ ਬਚ ਸਕੀ। ਸੋ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਜੇ ਉਸ ਕੁੜੀ ਦੀ ਜ਼ੁਬਾਨ ਵੱਢੀ ਹੈ ਨਾ, ਤੇ ਇਹਨਾਂ ਦੀ ਵੀ ਵੱਢੀ ਜਾਣੀ ਚਾਹੀਦੀ ਹੈ। ਤੇ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਬੱਚੀਆਂ ਵਿਕਣਗੀਆਂ, ਬੱਚੇ ਵਿਕਣਗੇ, ਇਹਦੇ ਬਾਬਤ ਕਦੇ ਕਿਆਸ ਨਹੀਂ ਸੀ ਕੀਤਾ। ਸ਼ਾਇਦ ਤੁਹਾਨੂੰ ਚੇਤੇ ਹੋਵੇ, ਮਾਛੀਵਾੜਾ ਸਾਹਿਬ ਦੇ ਵਾਲੀ ਕੁਝ ਕੁ ਵਰੇ ਪਹਿਲਾਂ ਇੱਕ ਔਰਤ ਨੇ ਇਵੇਂ ਹੀ ਆਪਣਾ ਬੱਚਾ ਵੇਚਤਾ ਜਾਂ ਗੋਦ ਦੇਤਾ, ਇਹ ਗੱਲ ਕਹਿ ਲਈਏ। ਪਰ ਜਦੋਂ 15 ਦਿਨ ਬੀਤੇ ਨਾ, ਮਾਂ ਨੂੰ ਹੌਲ ਪਿਆ, ਉਹ ਕਹਿੰਦੀ ਜੀ ਕਿ ਮੈਂ ਆਪਦਾ ਬੱਚਾ ਵਾਪਸ ਲੈਣਾ। ਉਹ ਟੱਬਰ ਜਿਨ੍ਹਾਂ ਨੇ ਲਿਆ ਸੀ ਬੱਚਾ, ਉਹ ਕਹਿੰਦੇ ਅਸੀਂ ਦੇਣਾ ਨਹੀਂ, ਹੁਣ ਤੇ ਅਸੀਂ ਲੈ ਲਿਆ। ਇਹ ਮਾਮਲਾ ਵੀ ਪੁਲਿਸ ਦੇ ਕੋਲੇ ਪਹੁੰਚ ਗਿਆ ਸੀ। ਮਤਲਬ ਇਹ ਆ, ਪੰਜਾਬ ਦੇ ਵਿੱਚ ਬੱਚਿਆਂ ਦੀ ਖਰੀਦੋ ਫਰੋਖਤ ਜਿਹੜੀ ਉਹ ਇਸ ਤਰੀਕੇ ਨਾਲ ਵੀ ਚੱਲ ਰਹੀ ਹੈ। ਇਸ ਵਕਤ ਅਸੀਂ ਤਾਂ ਕਹਿੰਦੇ ਇੱਕ ਪੰਜਾਬ ਤੇ ਦੇਸ਼ ਅਸੀਂ ਡਿਜੀਟਲ ਬਣਾਤਾ, ਸਾਧਨ ਸੰਪੰਨ ਸਾਰੇ ਲੋਕ ਹੋ ਗਏ ਆ, ਗਰੀਬੀ ਅਸੀਂ ਮੁਕਾ ਦਿੱਤੀ ਆ। 4-4 ਹਜ਼ਾਰ ਰੁਪਏ ਦੇ ਵਿੱਚ ਇੱਥੇ ਬੱਚਾ ਵਿਕਦਾ, ਤੇ ਕਿਹੜਾ ਡਿਜੀਟਲ ਤੇ ਕਿਹੜਾ ਅਸੀਂ ਭਾਰਤ ਨੂੰ ਸਮਰੱਥ ਬਣਾਤਾ। ਨਹੀਂ ਬਣਾਤਾ ਟਾਣਾ ਸਾਹਿਬ, ਤੁਹਾਨੂੰ ਨਹੀਂ ਪਤਾ ਲੱਗਿਆ? ਇਹਨਾਂ ਨੇ ਵਾਕਈ ਬਣਾਤਾ, ਗਰੀਬੀ ਮੁਕਾਤੀ, ਕੰਧਾਂ ਖੜੀਆਂ ਕਰਤੀਆਂ ਨਾ। ਹੁਣ ਦਿਖਦੀ ਨਹੀਂ ਆ ਗਰੀਬੀ, ਕਿਉਂਕਿ ਉਹ ਕੰਧ ਉੱਲੇ ਹੋ ਗਈ ਨਾ। ਜਿਹੜੀ ਚੀਜ਼ ਸਾਹਮਣੇ ਹੋਵੇ ਉਹੀ ਨਜ਼ਰ ਆਉਂਦੀ ਹੁੰਦੀ ਹੈ। ਹੁਣ ਅਸੀਂ ਭਾਰਤ ਨੂੰ ਵਾਕਈ ਸਮਰੱਥ ਬਣਾਤਾ। ਅਸੀਂ ਕਹਿੰਦੇ ਆਤਮ ਨਿਰਭਰ ਬਣੋ, ਕਿਉਂਕਿ ਅਸੀਂ ਕੁਝ ਕਰ ਨਹੀਂ ਸਕਦੇ, ਜੋ ਕੁਝ ਕਰਨਾ ਤੁਹਾਨੂੰ ਆਪ ਹੀ ਕਰਨਾ ਪਊਗਾ। ਸੋ ਬਣੋ ਆਤਮ ਨਿਰਭਰ। ਇਹ ਵਾਕਈ ਭਾਰਤ ਸਮਰੱਥ ਬਣ ਗਿਆ। ਅਸੀਂ ਇੱਥੇ ਮੂਰਤੀਆਂ ਦੇ ਲਈ ਤਾਂ ਪੈਸੇ 3-3 ਹਜ਼ਾਰ ਕਰੋੜ ਰੁਪਇਆ ਲਗਾ ਸਕਦੇ ਹਾਂ, ਪਰ ਕਿਸੇ ਆਮ ਬੰਦੇ ਨੂੰ ਰੋਜ਼ਗਾਰ ਦੇਣ ਦੇ ਲਈ, ਉਹਦੇ ਜੇਬ 'ਚ ਪੈਸਾ ਪਾਉਣ ਦੇ ਲਈ ਅਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਆਪਾਂ ਹੁਣ ਇਹ ਜਿਹੜਾ ਸਵਾਲ ਕਰਨਾ ਸਾਡੇ ਦਰਸ਼ਕਾਂ ਨੂੰ ਜੀ, ਉਹ ਵੀ ਸਾਂਝਾ ਕਰ ਲਈਏ ਵੀ ਰੁੰਡ ਮਰੁੰਡ ਕੀ ਹੁੰਦਾ ਜੀ। ਇਹ ਸ਼ਬਦ ਕਿੱਥੇ ਵਰਤਿਆ ਜਾਂਦਾ ਤੇ ਕਦੋਂ ਵਰਤਿਆ ਜਾਂਦਾ ਤੇ ਕਿਹਦੇ ਲਈ ਵਰਤਿਆ ਜਾਂਦਾ, ਰੁੰਡ ਮਰੁੰਡ ਜੀ। ਸੋ ਇਹਦਾ ਜਵਾਬ ਜ਼ਰੂਰ ਭੇਜਿਓ ਸਾਨੂੰ ਉਡੀਕ ਰਹੇਗੀ ਤੁਹਾਡੇ ਸਾਰੇ ਜਵਾਬਾਂ ਦੀ। ਫਿਲਹਾਲ ਦੇ ਲਈ ਦੋਵਾਂ ਨੂੰ ਦਿਓ ਇਜਾਜ਼ਤ, ਕੱਲ ਨੂੰ ਫਿਰ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।